ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਅੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਅੱਜ ਅਸੀਂ ਗੱਲਬਾਤ ਕਰਾਂਗੇ ਕਿ ਆਖਰਕਾਰ ਜਿਹੜਾ ਲੀਡਰ ਉੱਠਦਾ ਹੈ, ਜਿਹੜਾ ਵੀ ਸਿਆਸਤ ਦੇ ਵਿੱਚ ਆਉਂਦਾ ਹੈ, ਜਿਹੜਾ ਵੀ ਚਾਹੁੰਦਾ ਹੈ ਕਿ ਮੈਨੂੰ ਮੁੱਖ ਮੰਤਰੀ ਬਣਾ ਦਿਓ ਜਾਂ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ ਜਾਂ ਮੈਨੂੰ ਕੋਈ ਵੀ ਲੀਡਰ ਬਣਾ ਦਿਓ, ਉਹ ਇਹੀ ਗੱਲ ਕਹਿੰਦਾ ਹੈ ਕਿ ਮੈਂ ਤੁਹਾਡਾ ਭਲਾ ਕਰਾਂਗਾ। ਪਰ ਜਦੋਂ ਉਹਦੇ ਹੱਥ ਵਾਗਡੋਰ ਹੁੰਦੀ ਹੈ ਉਦੋਂ ਕਿਉਂ ਨਹੀਂ ਕਰਦਾ। ਸਿੱਧਾ ਸਿੱਧਾ ਮਤਲਬ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਸਿਆਸਤ ਦੇ ਵਿੱਚ ਨਵੀਂ ਪਾਰੀ। ਪਰ ਲੋਕ ਸਵਾਲ ਪੁੱਛਦੇ ਨੇ ਕਿ ਜਨਾਬ ਪੰਜਾਬ ਦੇ ਸਿਰ ਤੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਕਿਵੇਂ ਚੜਿਆ ਤੇ ਉਹਨੂੰ ਲਾਉਣਾ ਕਿੱਦਾਂ ਸੀ। ਤੁਹਾਡੇ ਕੋਲ ਚਾਬੀ ਸੀ ਖਜ਼ਾਨੇ ਦੀ, ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੇ, ਤੁਸੀਂ ਕਿਉਂ ਨਹੀਂ ਕੀਤਾ ਤੇ ਕਿਹਨਾਂ ਨੇ ਤੁਹਾਨੂੰ ਰੋਕਿਆ। ਦੂਜੀ ਗੱਲ ਇਹ ਕਿ ਉਹ ਕਹਿੰਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੂੰ ਮਿਲਣਾ, ਉੱਥੇ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਉਭਾਰਾਂਗੇ, ਉੱਥੇ ਗੱਲਬਾਤ ਕਰਾਂਗੇ। ਪਰ ਕਿਸਾਨ ਤਾਂ ਕਹਿ ਰਹੇ ਨੇ ਕਿ ਆ ਲਿਖਿਆ ਪੜ੍ਹ ਲਓ, ਅਸੀਂ ਕਹਿ ਦਿੱਤਾ ਕਿ ਖੇਤੀ ਕਾਨੂੰਨ ਰੱਦ ਕਰੋ, ਐਮਐਸਪੀ ਤੇ ਕਾਨੂੰਨ ਬਣਾਓ, ਅਸੀਂ ਘਰਾਂ ਨੂੰ ਤੁਰ ਜਾਾਂਗੇ। ਨਾ ਸਾਡੀ ਤੁਹਾਡੇ ਨਾਲ ਕੋਈ ਸਿਆਸੀ ਤੌਰ ਤੇ ਲੜਾਈ ਹੈ, ਤੁਸੀਂ ਸਿਆਸਤ ਦੇ ਉੱਤੇ ਇਸ ਨੂੰ ਨਾ ਲੈ ਕੇ ਆਓ। ਸਿੱਧੀ ਗੱਲ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ। ਕੇਜਰੀਵਾਲ ਸਾਹਿਬ ਪੰਜਾਬ ਆ ਰਹੇ ਨੇ, ਉਹਨਾਂ ਦੇ ਗੇੜੇ ਲਗਾਤਾਰ ਵਧਦੇ ਜਾ ਰਹੇ ਨੇ। ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਹੋਰੀ ਆਪਣੀ ਸਿਆਸਤ ਨੂੰ ਅੱਗੇ ਵਧਾਉਂਦੇ ਜਾ ਰਹੇ ਨੇ। ਪ੍ਰਗਟ ਸਿੰਘ ਹੋਰਾਂ ਨੇ ਕਿਹਾ ਕਿ ਕੈਪਟਨ ਸਾਹਿਬ ਚਾਹੁਣ ਤਾਂ ਮੇਰੇ ਹਲਕੇ ਤੋਂ ਆ ਕੇ ਮੇਰੇ ਖਿਲਾਫ ਜਾਂ ਇੱਥੇ ਚੋਣ ਮੈਦਾਨ ਦੇ ਵਿੱਚ ਆ ਕੇ ਚੋਣ ਲੜ ਸਕਦੇ ਨੇ। ਪਰ ਕੈਪਟਨ ਸਾਹਿਬ ਕਹਿੰਦੇ ਕਿ ਹਾਲੇ ਨਾ ਤਾਂ ਮੇਰੀ ਕੋਈ ਪਾਰਟੀ ਹੈ, ਨਾ ਹੀ ਮੈਂ ਕੋਈ ਗੱਲਬਾਤ ਚੱਲ ਰਹੀ ਹੈ ਚੋਣ ਕਮਿਸ਼ਨ ਦੇ ਨਾਲ, ਉਹ ਲੈ ਕੇ ਅਸੀਂ ਚੋਣ ਮੈਦਾਨ ਦੇ ਵਿੱਚ ਨਿਤਰਾਂਗੇ, ਲਵਾਂਗੇ ਉਹਨਾਂ ਸਾਰਿਆਂ ਨੂੰ ਜਿਹੜੇ ਮੈਦਾਨ ਦੇ ਵਿੱਚ ਸਾਡੇ ਨਾਲ ਡਟ ਕੇ ਖੜਨਗੇ, ਭਾਵੇਂ ਉਹ ਬੀਜੇਪੀ ਦੇ ਵਿੱਚੋਂ ਹੋਣ। ਪਰ ਬੀਜੇਪੀ ਆਪਣੇ ਤੌਰ ਦੇ ਉੱਤੇ, ਬੀਜੇਪੀ ਤਾਂ ਕਹਿੰਦੀ ਸੀ ਕਿ ਅਸੀਂ ਪੰਜਾਬ 'ਚ ਆਪਣੇ ਦਮ ਤੇ ਚੋਣਾਂ ਲੜਾਂਗੇ। ਉਹਨਾਂ ਨੇ ਸਰਗਰਮੀਆਂ ਆਪਣੀਆਂ ਸ਼ੁਰੂ ਕੀਤੀਆਂ ਹੋਈਆਂ ਕਿ ਉਹ ਕੈਪਟਨ ਸਾਹਿਬ ਨੂੰ ਅੱਗੇ ਲਾ ਕੇ ਚੋਣਾਂ ਦੇ ਵਿੱਚ ਉਤਰਨਗੇ, ਜਾਂ ਫਿਰ ਕੈਪਟਨ ਸਾਹਿਬ ਜੇ ਆਪਣੀ ਧਿਰ ਬਣਾਉਂਦੇ ਨੇ ਤਾਂ ਬੀਜੇਪੀ ਦਾ ਕੀ ਹਾਲ ਹੋਏਗਾ, ਜਿਹਨੂੰ ਪਹਿਲਾਂ ਹੀ ਲੋਕ ਜਿਹੜਾ ਕਿਸਾਨੀ ਅੰਦੋਲਨ ਦੇ ਕਾਰਨ ਮੂੰਹ ਲਾਉਣ ਦੇ ਲਈ ਤਿਆਰ ਨਹੀਂ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਕੈਪਟਨ ਸਾਹਿਬ ਨੇ ਇਹ ਤਾਂ ਕਿਹਾ ਨਹੀਂ ਕਿ ਪੰਜਾਬ ਦਾ ਕਰਜ਼ਾ ਕਿੱਦਾਂ ਚੜਿਆ, ਕਿੱਦਾਂ ਅਸੀਂ ਲਾਉਣਾ ਹੈ, ਪਰ ਸਿਰਫ ਆਪਣੀ ਹੀ ਜਿਹੜੀ ਸਿਆਸੀ ਪਾਰੀ ਦੀ ਗੱਲ ਕੀਤੀ ਕਿ ਮੈਂ ਆ ਰਿਹਾ ਮੈਦਾਨ ਦੇ ਵਿੱਚ ਸਾਰਿਆਂ ਨੂੰ ਟੱਕਰਨਾ ਬਰਾਬਰ ਦਾ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਦੀ ਬੜੀ ਉਤਸੁਕਤਾ ਨਾਲ ਸਾਰਿਆਂ ਵੱਲੋਂ ਇੰਤਜ਼ਾਰ ਕੀਤੀ ਜਾ ਰਹੀ ਸੀਗੀ। ਤੇ ਉਹਦੇ 'ਚ ਸੁਖਵਿੰਦਰ ਫੁੱਟਿਆ ਪਹਾੜ ਤੇ ਨਿਕਲਿਆ ਚੂਹਾ ਵਾਲੀ ਗੱਲ ਹੋਈ। ਤੇ ਤੁਸੀਂ ਹੁਣ ਮੈਂ ਬਹੁਤਾ ਮਜ਼ਾਕ 'ਚ ਨਹੀਂ ਕਹਿਣਾ ਚਾਹੁੰਦਾ, ਪਰ ਚੂਹਾ ਵੀ ਇਕੱਲਾ ਹੀ ਨਿਕਲਿਆ। ਲੋਕਾਂ ਨੂੰ ਇੰਝ ਉਮੀਦ ਸੀ ਕਿ ਪਤਾ ਨਹੀਂ ਕਿੰਨੇ ਕੁ MLA, ਕਿਹੜੇ ਵੱਡੇ ਸਟਾਲਵਾਰਟ, ਕਿਹੜੇ ਕੈਬਨਿਟ ਦੇ ਰੁੱਸੇ ਹੋਏ ਮਿਨਿਸਟਰ, ਧਰਮਸੋਤ ਜਾਂ ਹੋਰ ਜਿਹੜੇ ਸਾਰੇ ਸੋਢੀ ਸਾਹਿਬ ਜਾਂ ਕਈ ਸੀਗੇ ਜਿਹੜੇ, ਉਹਨਾਂ ਨੂੰ ਪਤਾ ਨਹੀਂ ਨਾਲ ਲੈ ਕੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਤੇ ਇੱਕ ਵੱਡਾ ਧਮਾਕਾ ਹੋਊਗਾ। ਔਰ ਉਸ ਧਮਾਕੇ ਤੋਂ ਬਾਅਦ ਜਾਂ ਤੇ ਪਾਰਟੀ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਅਨਾਉਂਸ ਹੋ ਜੂਗੀ ਜਾਂ ਫਿਰ ਬਾਅਦ ਵਿੱਚ ਹੋ ਜੂਗੀ। ਉਹਦੇ ਬਾਰੇ ਗੱਲ ਬਹੁਤੀ ਕੋਈ ਸੀਗੀ ਨਹੀਂ। ਇਸ ਦਾ ਸਾਰਾ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ ਅੱਜ ਕਿ ਇਕੱਲਾ ਹੀ ਬੈਠਾ ਹੋਇਆ ਇੱਕ ਕੁਰਸੀ ਦੇ ਉੱਤੇ ਕੈਪਟਨ, ਔਰ ਇੱਕ ਵੱਡਾ ਪਲੰਦਾ ਉਹਨਾਂ ਦੇ ਅੱਗੇ ਕਾਗਜ਼ਾਂ ਦਾ। ਉਹਨਾਂ ਕਾਗਜ਼ਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਇਹ ਮਿਲਿਆ ਕਿ ਇਹਦੇ 'ਚ ਜੀ ਸਾਡਾ ਚੋਣ ਵਾਅਦੇ ਸੀਗੇ, ਇੰਨੇ ਅਸੀਂ ਪੂਰੇ ਕਰਤੇ। ਇੱਕ ਇਕੱਠਾ ਬਣਾਇਆ, ਉਹ ਏਡਾ ਮੋਟਾ ਪੋਥਾ, ਪੰਜਾਬੀ 'ਚ ਆ ਅੰਗਰੇਜ਼ੀ 'ਚ ਆ ਜਿਹੜੇ ਨਹੀਂ ਹੋ ਸਕੇ 18, ਇਹਨਾਂ ਦੇ ਸਾਰਿਆਂ ਦੇ 18 ਵਾਲੇ ਕਾਗਜ਼ ਵੀ। ਜਿਵੇਂ ਇੱਕ ਤੁਸੀਂ ਇੰਝ ਕਹਿ ਲਓ ਕਿ ਚੀਫ ਸੈਕਟਰੀ ਜਾਂ ਕੋਈ ਬਿਊਰੋਕਰੈਟ ਆਪਣੀ ਪ੍ਰੈਸ ਕਾਨਫਰੰਸ ਕਰਦਾ। ਮੈਂ ਨਹੀਂ ਕਦੀ ਕੋਈ ਬੰਦਾ ਇਸ ਤਰੀਕੇ ਦੀ ਰਾਜਨੀਤਿਕ ਬੰਦਾ ਹੋਵੇ, ਪੰਜਾਬ ਦੀ ਲੀਡਰਸ਼ਿਪ ਦਾ ਇੱਕ ਵੱਡਾ ਮੂੰਹ ਚਿਹਰਾ ਬਣ ਕੇ ਆਉਣ ਵਾਲਾ ਹੋਵੇ ਤਾਂ ਉਹ ਇਹੋ ਜਿਹੇ ਕਾਗਜ਼ਾਂ ਦੇ ਪਲੰਦੇ 'ਚ ਦੱਬਿਆ ਹੋਵੇ। ਔਰ ਉਹ ਇਹੋ ਜਿਹਾ ਦੱਬਿਆ ਹੋਇਆ ਸੀ ਕਿ ਉੱਥੇ ਕਾਗਜ਼ ਲੱਭਦੇ ਨਹੀਂ ਸੀ, ਨਾਲ ਬੰਦੇ ਖੜੇ ਸੀ, ਕੋਈ ਮਾਈਕ ਫੜਦਾ ਸੀ, ਕੋਈ ਕਿੱਦਾਂ ਸੀ। ਮੈਨੂੰ ਬੜਾ ਹੀ ਅਜੀਬ ਲੱਗਾ ਕਿ ਉੱਥੇ ਪ੍ਰੈਸ ਕਾਨਫਰੰਸ ਵਾਲਾ ਕੋਈ ਮਾਹੌਲ ਜਾਂ ਜੋਸ਼ ਜਾਂ ਨਹੀਂ ਸੀ। ਉਹਨਾਂ ਦੇ ਚਿਹਰੇ ਤੋਂ ਬੜੇ ਉਦਾਸ ਸੀਗੇ, ਜਾਣੀ ਇੱਕ ਨਿਰਾਸ਼ਾ ਦਾ ਮਾਹੌਲ ਜ਼ਿਆਦਾ ਲੱਗਦਾ ਸੀ। ਜੋ ਉਤਸ਼ਾਹਤ ਤੇ ਉਤਸੁਕਤਾ ਉਮੀਦ ਕੀਤੀ ਜਾਂਦੀ ਸੀ ਉਹ ਤੇ ਕੁਛ ਦਿਖੀ ਨਹੀਂ। ਇੱਕ ਜਦੋਂ ਬੰਦਾ ਮੈਂ ਇਹ ਵੀ ਇੱਕ ਗੱਲ ਦੱਸ ਦਿਆਂ ਕਿ ਮੈਂ ਪਹਿਲੀ ਵਾਰੀ ਇੰਨੀਆਂ ਪ੍ਰੈਸ ਕਾਨਫਰੰਸਾਂ ਦੇਖੀਆਂ, ਮੈਂ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਦੇਖੀ ਜਿਹੜਾ ਇੱਕੋ ਹੀ ਕੁਰਸੀ ਤੇ ਇਕੱਲੀ ਤੇ ਬੈਠ ਕੇ ਆਪਣੇ ਹੱਥ 'ਚ ਮਾਈਕ ਲੈ ਕੇ ਗੱਲਬਾਤ ਕਰ ਰਿਹਾ ਹੋਵੇ, ਅੱਗੇ ਕੋਈ ਹੋਰ ਉਸ ਕਿਸਮ ਦਾ ਇੰਤਜ਼ਾਮ ਨਾ ਹੋਵੇ।
ਦੂਜੀ ਗੱਲ ਮੈਂ ਨੋਟ ਕੀਤੀ ਕਿ ਤੁਸੀਂ ਵੀ ਨੋਟ ਕੀਤੀ ਹੋਣੀ ਆ ਕਿ ਅੰਗਰੇਜ਼ੀ ਇਹੋ ਜਿਹੀ ਝਾੜੀ ਕਿ ਸਾਨੂੰ ਤੇ ਚਲੋ ਆਦਤ ਹੋਈ ਹੈ 30-35 ਸਾਲ ਦੀ ਅੰਗਰੇਜ਼ੀ ਬੋਲਣ ਸਮਝਣ ਦੀ, ਪਰ ਉਹ ਇਹੋ ਜਿਹੀ ਅੰਗਰੇਜ਼ੀ ਝਾੜੀ ਜਿਵੇਂ ਕਿਤੇ ਲੰਡਨ 'ਚ ਪ੍ਰੈਸ ਕਾਨਫਰੰਸ ਚੱਲ ਰਹੀ ਹੋਵੇ, ਚੰਡੀਗੜ੍ਹ 'ਚ ਨਾ ਚੱਲ ਰਹੀ ਹੋਵੇ। ਭਾਈ ਤੁਸੀਂ ਪੜ੍ਹੇ ਆ ਕਨਵੈਂਟਡ, ਸਾਨੂੰ ਪਤਾ ਬੜੀ ਤਕੜੀ ਅੰਗਰੇਜ਼ੀ ਮਾਰਦੇ ਆ ਤੁਸੀਂ, ਪਰ ਜਦੋਂ ਵੋਟਾਂ ਮੰਗਣ ਜਾਂਦੇ ਆ ਉਦੋਂ ਤੇ ਅੰਗਰੇਜ਼ੀ 'ਚ ਨਹੀਂ ਵੋਟਾਂ ਮੰਗਦੇ, ਉਦੋਂ ਤੁਹਾਨੂੰ ਪੰਜਾਬੀ ਕਿੱਥੋਂ ਆ ਜਾਂਦੀ ਆ। ਇਹ ਸਾਰੇ ਦਾ ਪਹਿਲੀ ਗੱਲ ਜਿਹੜਾ ਮੇਰਾ ਓਵਰਆਲ ਮਾਹੌਲ ਲੱਗਾ ਕਿ ਉਹ ਕੈਪਟਨ ਜਿਵੇਂ ਥੱਕਿਆ ਹਾਰਿਆ, ਅਸਲ ਮਾਨਿਆਂ 'ਚ ਉਹਨੂੰ ਅਸਲੀਅਤ ਦਾ ਪਤਾ ਲੱਗ ਗਿਆ ਹੋਵੇ ਕਿ ਉਹਨਾਂ ਦਾ ਜੋ ਉਹਨਾਂ ਨੇ ਉਮੀਦਾਂ ਤੇ ਸੁਪਨੇ ਦਿਵਾਏ ਪੰਜਾਬੀਆਂ ਨੂੰ, ਉਹਦੇ ਤੋਂ ਉਹ ਸਖਣੇ ਹੈਗੇ। ਅਗਲੀ ਗੱਲ ਜਿਹੜੀ ਬੜੀ ਇੰਪੋਰਟੈਂਟ ਹੈਗੀ ਕਿ 4 ਜਿਹੜੇ ਇਹਨਾਂ ਦੇ ਰੁੱਸੇ ਮਿਨਿਸਟਰ ਸੀਗੇ ਜਿਹੜੇ ਬਾਹਰ ਕੀਤੇ ਆ, ਜਿਸ ਤਰ੍ਹਾਂ ਸਿੱਧੂ ਹੈ ਤੇ ਇਹ ਜਿਨ੍ਹਾਂ ਦੇ ਮੈਂ ਧਰਮਸੋਤ ਤਾਂ ਸੋਢੀ ਹੁਣੀ ਜਾਂ ਇਹ ਸਾਰੇ ਅਰੋੜਾ ਸਾਹਿਬ, ਇਹਨਾਂ ਨੂੰ ਇੱਕ ਦਿਨ ਪਹਿਲਾਂ ਹੀ ਉੱਥੇ ਬੁਲਾ ਲਿਆ ਸੀਗਾ ਪ੍ਰੈਸ ਕਾਨਫਰੰਸ ਤੋਂ ਦਿੱਲੀ, ਔਰ ਕੱਲੇ ਨਾਲ ਅੱਧਾ ਘੰਟਾ ਗੱਲਬਾਤ ਕੀਤੀ ਰਾਹੁਲ ਗਾਂਧੀ ਨੇ। ਉਹਨਾਂ ਨੂੰ ਪਤਿਆਇਆ ਵੀ ਹੋਊਗਾ, ਉਹਨਾਂ ਨੂੰ ਕੋਈ ਭਰੋਸਾ ਵੀ ਦਿੱਤਾ ਹੋਊਗਾ ਕਿ ਦੇਖੋ ਐ, ਉੱਥੇ ਹੀ ਬੱਧੇ ਪਏ ਸੀ। ਪ੍ਰੈਸ ਕਾਨਫਰੰਸ ਚੰਡੀਗੜ੍ਹ ਹੋ ਰਹੀ ਸੀ, ਉੱਥੇ ਦਿੱਲੀ ਬੱਧੇ ਪਏ ਸੀ। ਉਹਦੇ ਨਾਲ ਵੀ ਹਵਾ ਕੱਢਤੀ। ਹੋਰ ਵੀ ਡਿਪਟੀ ਚੀਫ ਮਿਨਿਸਟਰ ਵਗੈਰਾ ਸਾਰੇ ਦਿੱਲੀ ਗਏ ਹੋਏ, ਜਾਣ ਆਉਣ ਦੀਆਂ ਗੱਲਾਂ ਸਾਰੀਆਂ ਹੋ ਰਹੀਆਂ। ਸੁਖਵਿੰਦਰ, ਇਹਦਾ ਮਤਲਬ ਇੱਕ ਤੇ ਸਾਫ਼ ਮੈਸੇਜ ਤੇ ਮਿਲ ਗਿਆ ਕਿ ਜੋ ਜਲ ਜਲਾਓ ਜਾਂ ਜੋ ਵੱਡਾ ਧਮਾਕੇ ਦੀ ਇੱਕ ਉਮੀਦ ਕਰਦੀ ਸੀ ਉਹ ਤੇ ਹੋ ਗਿਆ ਠੁੱਸ। ਜਿਹੜਾ ਕਾਗਜ਼ਾਂ ਦੇ ਪਲੰਦਿਆਂ ਦੇ ਵਿੱਚ ਕੀ ਕਹਿਣ ਆਏ, ਜਿਹੜਾ ਇਹਨਾਂ ਨੇ ਅੱਗੇ ਲੱਖ ਵਾਰੀ ਕਿਹਾ ਕਿ ਦੇਖੋ ਜੀ ਮੈਂ 92% ਵਾਅਦੇ ਪੂਰੇ ਕਰਤੇ, ਆ ਮੇਰੇ ਵਾਅਦੇ ਸੀ, ਆ ਟਿਕ 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 ਕਰਕੇ ਆ ਵੀ ਹੋ ਗਿਆ, ਆ ਵੀ ਹੋ ਗਿਆ, ਆ ਵੀ ਹੋ ਗਿਆ। ਮੈਨੂੰ ਤੇ ਮੀਡੀਆ ਦੇ ਵੀ ਥੋੜੀ ਹੈਰਾਨੀ ਹੋਈ ਕਿ ਬੰਦੇ ਦਾ ਐਡਾ ਵੱਡੇ ਕਲੇਮ ਕਰਨੇ ਆਇਆ ਹੋਵੇ, ਉਹ ਰਾਜਾ ਕਹਿ ਕੇ ਸ਼ਾਇਦ ਉਹ ਵੀ ਝਿਪਦੇ ਆ। ਕੁਛ ਕੁ ਪੱਤਰਕਾਰਾਂ ਨੂੰ ਛੱਡ ਕੇ ਹੋਰ ਹੀ ਕਿਸਮ ਦੇ ਪੁੱਠੇ ਸਿੱਧੇ ਸਵਾਲ ਕਰਦੇ ਰਹੇ। ਇਹਨਾਂ ਨੂੰ ਤੁਸੀਂ ਅਰੂਸਾ ਦਾ ਬਾਰ-ਬਾਰ ਕੀ ਨਾਂ ਲੈਣ ਦੀ ਲੋੜ ਹੈ? ਅਗਲੇ ਦਾ ਨਿੱਜੀ ਮਾਮਲਾ, ਜੋ ਮਰਜ਼ੀ ਕਰੇ ਨਾ ਕਰੇ, ਹੈ ਨਾ। ਮੁੱਖ ਜਿਹੜੇ ਪੰਜਾਬੀਆਂ ਦੇ ਜਾਂ ਪੰਜਾਬ ਦੇ ਸਵਾਲ ਹੈਗੇ ਆ, ਪੰਜਾਬੀਅਤ ਦੇ ਸਵਾਲ, ਇੱਕ ਨੇ ਨਹੀਂ ਕਿਹਾ ਕਿ ਤੁਸੀਂ ਪੰਜਾਬੀ 'ਚ ਕਿਉਂ ਨਹੀਂ ਗੱਲ ਕਰਦੇ ਜੀ। ਬਿਲਕੁਲ। ਉੱਥੇ ਤਰਲੋਚਨ ਦੀ ਵੀ ਮੈਨੂੰ ਆਵਾਜ਼ ਸੁਣ ਰਹੀ ਸੀਗੀ, ਉਹਨਾਂ ਨੇ ਵੀ ਨਹੀਂ ਕਿਹਾ ਉਹ ਪੰਜਾਬੀ ਦੇ ਬੜੇ ਪੰਜਾਬ ਪ੍ਰੇਮੀ ਹੈਗੇ ਆ। ਮੈਂ ਥੋੜੀ ਜਿਹੀ ਹੈਰਾਨੀ ਦੀ ਗੱਲ, ਉਹ ਪੰਜਾਬੀ ਟ੍ਰਿਬਿਊਨ 'ਚ ਕੰਮ ਕਰਦੇ, ਬੜੇ ਪੰਜਾਬੀ ਦੇ ਪ੍ਰੇਮੀ ਆ, ਉਹਨਾਂ ਲਈ ਉਹ ਲੜਦੇ ਆ, ਲੜਾਈਆਂ ਮੁਜ਼ਾਹਰੇ ਕਰਦੇ ਆ, ਪਰ ਉੱਥੇ ਉਹਨੂੰ ਨਹੀਂ ਰੋਕਿਆ ਵੀ ਆਹ ਕੀ ਕੰਮ ਕਰੀ ਜਾਂਦੇ ਆ ਤੁਸੀਂ, ਵੱਡੀ ਅੰਗਰੇਜ਼ੀ ਝਾੜ ਰਹੇ। ਵਿੱਚ ਪੰਜਾਬੀ ਵੀ ਬੋਲੀ, ਪਰ ਜਦੋਂ ਫਸ ਜਾਂਦਾ ਸੀ ਬੰਦਾ ਉਦੋਂ ਅੰਗਰੇਜ਼ੀ ਬੋਲ ਕੇ ਬਾਹਰ ਜਾਂਦਾ ਸੀ। ਇਸ ਜਿਹੜੇ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਸੀ, ਨਸ਼ਿਆਂ ਦਾ, ਰੇਤਾ ਬਜਰੀ ਦਾ, ਦਾਰੂ ਦਾ, ਇਹਦਾ ਤੁਸੀਂ ਸਰਕਾਰੀਕਰਨ ਕਦੋਂ ਕਰਨੇ ਆ, ਕਾਰਪੋਰੇਸ਼ਨ ਬਣਾ ਕੇ ਕਦੋਂ ਆਪਣੇ ਹੱਥ 'ਚ ਲੈਣੇ ਆ, ਜਾਂ ਹੋਰ ਵੀ ਜਿਹੜੇ ਬਰਗਾੜੀ ਵਾਲੇ ਜਾਂ ਉਸ ਤਰ੍ਹਾਂ, ਉਹਨਾਂ ਤੋਂ ਤੇ ਉਹਨੇ ਹੱਥ ਝਾੜ ਲਏ। ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦਾ ਮਾਮਲਾ ਸੀ, ਉਹ ਤੇ ਜੀ ਲੰਮਾ, ਮੇਰਾ ਕੇਸ 13 ਸਾਲਾਂ 'ਚ ਠੀਕ ਹੋਇਆ, ਫਿਰ ਬੜਾ ਕੋਰਟ ਦਾ ਕੰਮ ਅਸੀਂ ਜਿਹੜਾ ਕਰਨਾ ਸੀ ਕਰਤਾ, ਤੇ ਬਾਕੀ ਕੋਟਕਪੂਰੇ ਦਾ ਛੱਡ ਕੇ ਬਾਕੀ ਸਾਰਾ ਅਸੀਂ ਕਰਤਾ, ਇੰਨਾ ਹੀ ਹੋਣਾ ਸੀ, ਇਹਦੇ ਵੱਧ ਨਹੀਂ ਕੁਝ ਹੋ ਸਕਦਾ। ਮੈਂ ਫਲਾਨੀ, ਫਿਰ ਨਸ਼ਿਆਂ ਦਾ, ਮੈਂ ਫਲਾਣੇ ਦੇਸ਼ 'ਚੋਂ ਬੰਦਾ ਲਿਆਂਦਾ, ਢਮਕਾਣੇ ਦੇਸ਼ 'ਚੋਂ ਬੰਦਾ ਲਿਆ, ਬੰਦਿਆਂ ਦਾ ਇੱਥੇ ਕੀ ਕਰ, ਨਾਲ ਉਹੀ ਕਹਿਤਾ ਕਿ ਜਿਹੜੇ ਜੀ ਮੈਂ ਤੇ 5000 ਬੰਦੇ ਚੱਕ ਕੇ ਜੇਲ੍ਹਾਂ 'ਚ ਦਿੱਤੇ, ਤੁਸੀਂ 50 ਦੇ ਦਿਓ, ਉਹਦੇ ਨਾਲ ਨਸ਼ਾ ਖਤਮ ਹੋ ਜੂ। ਇਹ ਤੇ ਤੁਸੀਂ ਕੁਕਰਮ ਕੀਤਾ, ਮਾੜਾ ਕੰਮ ਕੀਤਾ ਕਿ ਤੁਹਾਨੂੰ ਉਹਨਾਂ ਜਿਹੜੇ ਨਸ਼ਿਆਂ ਦੇ ਨਾਲ ਪੀੜਤ ਬੰਦੇ ਆ ਉਹਨਾਂ ਨੂੰ ਰੀਹੈਬਿਲਿਟੇਟ ਕਰਕੇ ਆਮ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਦੇ ਕੇ, ਕੁਝ ਉਮੀਦ ਦੇ ਕੇ ਰੀਹੈਬਿਲਿਟੇਟ ਕਰਨ ਦਾ ਸੀਗਾ, ਮੁੜ ਵਸੇਬਾ ਕਰਨਾ ਸੀ, ਉਹਦੀ ਜਗ੍ਹਾ ਤੁਸੀਂ ਜੇਲ੍ਹਾਂ 'ਚ ਦੇ ਦਿੱਤੇ, ਹੋਰ ਖੱਜਲ ਖਵਾਰ ਕਰਨ ਲਈ। ਇਹ ਕੋਈ ਉਹਨਾਂ ਕੋਲ ਇਹਨਾਂ ਗੱਲਾਂ ਦਾ ਜਵਾਬ, ਜਿਹੜੇ ਮੁੱਖ ਮੁੱਦੇ ਆ ਉਹ ਨਹੀਂ ਸੀ। ਉਂਝ ਹੀ ਇੱਕ ਪਲੰਦਾ ਜਿਹਾ ਲਿਆ ਕੇ ਲੋਕਾਂ ਨੂੰ ਭਰਮਾਉਣ ਲਈ, ਇਹ ਦੇ ਦਿਓ ਜੀ ਸਾਰਿਆਂ ਨੂੰ ਇੱਕ ਕਾਪੀ, ਜਾ ਕੇ ਘਰ ਜਾ ਕੇ ਪੜ੍ਹ ਲੈਣਗੇ। ਜਿਹੜੀ ਸਭ ਤੋਂ ਹੈਰਾਨੀ ਦੀ ਗੱਲ ਕਹੀ ਉਹਨਾਂ ਨੇ ਠੋਕ ਵਜਾ ਕੇ ਕਿ ਮੈਂ 50 ਕਿਲੋਮੀਟਰ ਦੀ ਪੱਟੀ ਦੇ ਬਿਲਕੁਲ ਹੱਕ 'ਚ ਹਾਂ। ਉਹਦਾ ਕਾਰਨ ਇਹ ਆ ਕਿ ਬੀਜੇਪੀ ਨੂੰ ਦੇਸ਼ ਭਗਤੀ ਦੀ ਲੋੜ ਆ, ਦੇਸ਼ ਭਗਤਾਂ ਦੀ ਲੋੜ ਆ, ਤੇ ਸਭ ਤੋਂ ਵੱਡਾ ਦੇਸ਼ ਭਗਤੀ ਦਾ ਕੰਮ ਹੀ ਇਹੋ ਆ ਕਿ ਤੁਸੀਂ ਬੀਐਸਪੀ ਨੂੰ 50 ਕਿਲੋਮੀਟਰ ਦੀ ਪੱਟੀ ਦਿਓ ਤੇ ਪੁਲਿਸ ਤੇ ਭਰੋਸਾ ਨਾ ਕਰੋ। ਇਹੀ ਉਹਨਾਂ ਦੀ ਗੱਲ ਦਾ ਮਤਲਬ ਸੀ। ਲੈ ਕੇ ਬਹੁਤ ਸਾਰੀਆਂ ਫੋਟੋਆਂ ਆਏ ਹੋ, ਇਹ ਅਲੱਗ-ਅਲੱਗ ਡਰੋਨਾਂ ਦੇ, ਉਹਨਾਂ ਦੇ ਸ਼ਾਇਦ ਜੇ ਚਾਈਨਾ ਦੇ ਡਰੋਨ ਕਹਿ ਰਹੇ ਸੀਗੇ ਕਿ ਬੜੀ ਟੈਕਨੋਲੋਜੀ ਐਡਵਾਂਸ, ਤੁਸੀਂ ਇੱਥੇ ਕੀ ਕਰਦੇ ਆ, ਉੱਥੇ ਬਹਿ ਕੇ ਭਟੂਰੇ ਵੇਚਣ ਲੱਗ ਜਾਓ ਫਿਰ ਬਾਰਡਰ ਦੇ ਉੱਤੇ। ਪਈ ਜੇ ਪਹਿਲਾਂ 3 ਕਿਲੋਮੀਟਰ ਅੰਦਰ ਆਉਂਦਾ ਸੀਗਾ ਡਰੋਨ,
ਉਹਨਾਂ ਨੇ ਦਿਖਾਇਆ ਵੀ ਆਹ ਦੇਖੋ ਮੈਂ ਆਹ ਇਹਦਾ ਮਾਲ ਇਹਨੇ ਸੁੱਟਿਆ, ਆਹ ਸਾਡੀ ਪੁਲਿਸ ਨੇ ਫੜਿਆ, ਰਿਪੋਰਟ ਨੰਬਰ, ਆਹ ਤਰੀਕ, ਆ ਜਿਵੇਂ ਬਿਊਰੋਕਰੈਟ ਕਰਦੇ, ਜਿਵੇਂ ਅਫਸਰਸ਼ਾਹੀ ਕਰਦੇ, ਫੋਟੋ ਨਾਲ ਦਿਖਾਤੀ, ਉਹ ਦਿਖਾਤਾ ਡਰੋਨ। ਫਿਰ ਕਹਿੰਦੇ ਜੀ ਫਿਰ ਅਗਲਾ ਡਰੋਨ ਜਿਹੜਾ ਉਹ 10 ਕਿਲੋਮੀਟਰ ਤੱਕ ਚਲਾ ਗਿਆ, ਚੀਨ ਨੇ ਹੋਰ ਤਰੱਕੀ ਕਰ ਲਈ। ਇਹ ਮੈਨੂੰ ਲੱਗਦਾ ਚੀਨ ਦੇ ਗੁਣ ਗਾਇਨ ਕਰਨ ਲਈ ਕੀਤਾ ਸੀ ਤੇ ਦੇਸ਼ ਨੂੰ ਬੇਇੱਜ਼ਤ ਕਰਨ ਲਈ ਇਹ ਗੱਲਾਂ ਕਰ ਰਹੇ ਸੀ। ਫਿਰ ਕਹਿੰਦੇ ਜੀ ਫਿਰ ਉਹ 31 ਕਿਲੋਮੀਟਰ ਤੱਕ ਚਲਾ ਗਿਆ, ਨਾਲੇ ਜਾਂਦਾ ਹਥਿਆਰ ਦਿਖਾਲੇ ਆ, 2 AK-47 ਆ, ਫਲਾਣੇ ਮੈਗਜ਼ੀਨ, ਫਲਾਣਾ ਨਸ਼ਾ, ਫਲਾਣਾ। ਕਿਤੇ ਸਮਗਲਰ ਵੀ ਨਾ ਡਰੋਨ ਦੇ ਉੱਤੇ ਚੜ ਕੇ ਆਉਣ ਲੱਗ ਜਾਣ ਕੱਲ ਨੂੰ। ਤੁਸੀਂ ਇੱਥੇ ਬੈਠੇ ਰਹੋ, ਹੈ ਚਿੜੀਆਂ ਵੇਖਿਓ ਤਾਂ ਨੂੰ ਪਿਆ ਜਾ ਰਿਹਾ ਉੱਡਦਿਆ, ਤਾੜੀ ਮਾਰਿਓ ਵੀ ਇੱਕ ਹੋਰ ਆ ਗਿਆ, ਇੱਕ ਹੋਰ ਆ ਗਿਆ। ਹੱਦ ਹੋ ਗਈ ਹੈ। ਤੁਸੀਂ ਬੈਠੇ ਉੱਥੇ ਕਰਦੇ ਕੀ ਆ ਬਾਰਡਰ ਤੇ? ਜੇ ਉਹ ਡਰੋਨ ਬਣਾ ਰਹੇ ਆ ਤੇ ਤੁਹਾਡੀਆਂ ਬੰਦੂਕਾਂ ਜਾਂ ਤੁਹਾਡੇ ਕੋਲ ਕੋਈ ਟੈਕਨੋਲੋਜੀ ਨਹੀਂ ਹੈਗੀ, ਤੁਸੀਂ ਦੇਸ਼ ਦੀ ਰੱਖਿਆ ਕੀ ਕਰੋਗੇ? ਕੀ ਰੱਖਿਆ ਕਰਨਗੇ? ਇਹ ਖੁਦ ਦੇ ਕੈਪਟਨ ਰਹੇ ਹੋਏ ਆ। ਜੇ ਇਹਨਾਂ ਨੂੰ ਦੇਸ਼ ਭਗਤੀ ਦਾ ਇੰਨਾ ਚਾਅ ਚੜਿਆ ਤਾਂ ਫਿਰ ਇਹ ਕੋਈ ਰਾਹ ਤਰੀਕਾ ਦੱਸਣ ਨਾ, ਦੇਸ਼ ਨੂੰ ਵੀ ਦੱਸਣ, ਫੌਜ ਨੂੰ ਵੀ ਦੱਸਣ ਤੇ ਆਪਣੇ ਅਮਿਤ ਸ਼ਾਹ ਨੂੰ ਵੀ ਦੱਸਣ, ਜਿਹਦੇ ਬਾਰ-ਬਾਰ ਗੋਡੇ ਘੁੱਟਦੇ ਆ, ਜਿਹਦੇ ਹੁਣ ਇੱਕ ਵਾਰੀ ਫੇਰ ਜਾਣਾ ਬੰਦੇ ਲੈ ਕੇ ਇਹਨਾਂ ਨੇ ਉਹਦੇ ਕੋਲ, ਉਹਨੂੰ ਮਿਲਣ, ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰ ਦੇਣਾ। ਸਾਡਾ ਸਵਾਲ ਇਹ ਆ, ਕਹਿੰਦੇ ਜੀ 31 ਤੋਂ ਬਾਅਦ ਉਹ 50 ਕਿਲੋਮੀਟਰ ਤੱਕ ਵੀ ਕੋਈ ਡਰੋਨ ਬਣਾ ਸਕਦੇ ਆ। ਇਸ ਕਰਕੇ ਅਸੀਂ 50 ਕਿਲੋਮੀਟਰ ਤੱਕ ਤੇ ਪੱਕੀ ਗਰੰਟੀ ਦੇਤੀ ਹੈ ਵੀ ਇੱਥੇ ਤੱਕ ਤੇ ਤੁਸੀਂ ਹੁਣੇ ਹੀ ਪੰਜਾਬ ਨੂੰ ਸਾਂਭ ਲਓ, ਜਾਣੀ ਅੱਧਿਓਂ ਵੱਧ ਪੰਜਾਬ ਸਾਂਭ ਲਓ। ਬਿਲਕੁਲ। ਸਾਡਾ ਸਵਾਲ ਅਗਲਾ ਇਹ ਹੈ ਕਿ 3 ਤੋਂ 10, 10 ਤੋਂ 31, 31 ਤੋਂ 50, ਕੱਲ ਨੂੰ ਜੇ 100 ਕਿਲੋਮੀਟਰ ਵਾਲਾ ਡਰੋਨ ਆ ਜਾਊਗਾ ਤੇ ਤੁਸੀਂ ਉੱਥੇ ਤਾੜੀਆਂ ਮਾਰਿਓ ਬੈਠ ਕੇ ਵੀ ਆ ਗਿਆ, ਆ ਗਿਆ, ਆ ਗਿਆ। ਹੈ ਤੁਸੀਂ ਨਾ ਕੁਝ ਕਰਿਓ, ਬੈਠੇ ਰਹੋ ਆਰਾਮ ਨਾਲ, ਦੇਖਿਓ ਵੀ 100 ਕਿਲੋਮੀਟਰ ਤੇ ਜਾਂਦਾ ਕਿ ਉਰਾਂ ਡਿੱਗ ਪੈਂਦਾ। ਇਹ ਫਿਰ ਇਹਦਾ ਮਤਲਬ ਇਹ ਆ ਵੀ ਤੁਸੀਂ ਸਾਰਾ ਪੰਜਾਬ ਚੱਕ ਕੇ ਉਹਨਾਂ ਨੂੰ ਫੜਾ ਦੋਗੇ। 100 ਕਿਲੋਮੀਟਰ ਦਾ ਮਤਲਬ ਬਾਕੀ ਤੇ ਕੁਝ ਨਹੀਂ ਬਚਦਾ, ਸਾਰਾ ਫੜਾ ਦੋਗੇ ਬਾਰਡਰ ਤੋਂ ਉਹਨਾਂ ਨੂੰ ਚੱਕ ਕੇ BSF ਨੂੰ। ਇਹ ਬਿਲਕੁਲ ਹੀ ਬੇਹੂਦਾ ਗੱਲਾਂ, ਇਹਨਾਂ ਗੱਲਾਂ 'ਚ ਕੋਈ ਦਮ ਨਹੀਂ। ਇਹ ਸਮਝਦੇ ਆ ਕਿ ਜਿਹੜਾ ਵੀ ਗੱਲਾਂ ਕੇਂਦਰੀ ਕਿਸੇ ਵੀ ਸਸ਼ਕਤੀਕਰਨ ਦਾ, ਕੇਂਦਰੀਕਰਨ ਦੀ ਜਿਹੜੇ ਜੈਕਾਰੇ ਕਰੇ, ਜੈ ਜੈਕਾਰ ਕਰੇ, ਜਿਸ ਤਰ੍ਹਾਂ ਇਹ ਕਰ ਰਹੇ ਆ, ਉਹ ਤੇ ਹੈਗੀ ਦੇਸ਼ ਭਗਤੀ। CRP ਦਾ ਆਉਣਾ, BSF ਦਾ ਪੰਜਾਬ ਦੇ ਵਿੱਚ ਕਬਜ਼ਾ ਕਰਨਾ, ਮੈਨੂੰ ਤਾਂ ਲੱਗਦਾ ਇਹਨਾਂ ਨੂੰ ਰਾਸ਼ਟਰਪਤੀ ਰਾਜ ਵੀ ਬੜਾ ਚੰਗਾ ਲੱਗੂ, ਉਹ ਵੀ ਕੇਂਦਰ ਵੱਲੋਂ ਹੀ ਆ, ਕਿਉਂਕਿ ਇਹ ਵੀ ਦੇਸ਼ ਭਗਤੀ ਦਾ ਹੀ ਕੰਮ ਆ। ਬਹੁਤ ਸੋਹਣਾ ਆ ਬਈ, ਦੇਖੋ ਸਾਡੇ ਇੱਥੇ ਡਿਸਟਰਬੈਂਸ ਸੀ, ਇਸ ਕਰਕੇ ਅਸੀਂ ਰਾਸ਼ਟਰਪਤੀ ਰਾਜ ਲਾਤਾ। ED ਦਾ ਆਉਣਾ, CBI ਦਾ ਆਉਣਾ, ਹੋਰ IB ਦਾ, ਰॉ ਦਾ, ਜਿੰਨੇ ਵੀ ਕਬਜ਼ੇ ਸਾਰੇ ਦੇਸ਼ ਤੇ ਕੀਤੇ ਹੋਏ ਆ, ਉਹ ਸਾਰੇ ਦਾ ਸਾਰਾ ਇਹ ਕਹਿੰਦੇ ਆ ਕਿ ਸਾਰਾ ਕੰਮ ਦੇਸ਼ ਨੂੰ ਬਚਾਉਣ ਦਾ, ਦੇਸ਼ ਸੇਵਾ ਦਾ, ਦੇਸ਼ ਨੂੰ ਖਤਰਾ, ਦੇਸ਼ ਭਗਤੀ ਦਾ ਕੰਮ ਹੈ। ਭਾਈ ਜੇ ਇਹ ਦੇਸ਼ ਭਗਤੀ ਦਾ ਕੰਮ ਆ ਤੇ ਬਾਕੀ ਜਿਹੜੇ ਸਾਰੇ ਪੰਜਾਬੀ, ਪੰਜਾਬ ਪੁਲਿਸ, ਪੰਜਾਬ ਦੀ ਗਵਰਨਮੈਂਟ, ਪੰਜਾਬ ਦੇ ਲੋਕ, ਪੰਜਾਬ ਦੀਆਂ ਪਾਰਟੀਆਂ, ਉਹ ਦੇਸ਼ ਧਰੋਹੀ ਹੈ। ਇਹ ਸਮਝਦੇ ਇੰਝ ਹੀ ਹੈ ਕਿ ਜਿਹੜਾ ਵੀ ਕੇਂਦਰੀ ਸਰਕਾਰ ਦੇ ਵਿਰੁੱਧ ਤੇ ਉਹਨਾਂ ਦੇ ਕੇਂਦਰੀਕਰਨ ਜਿਹੜਾ ਹੋ ਰਿਹਾ ਲਗਾਤਾਰ, ਔਰ ਜਿਹੜਾ ਇੱਥੇ ਭਕਵਾਂਕਰਨ ਹੋ ਰਿਹਾ, ਜਿਹੜਾ ਵੀ ਉਹਨਾਂ ਦੇ ਵਿਰੁੱਧ ਆਵਾਜ਼ ਉਠਾਊਗਾ ਉਹ ਦੇਸ਼ ਭਗਤ ਨਹੀਂ ਹੈਗਾ, ਉਹ ਦੇਸ਼ ਧਰੋਹੀ ਹੈਗਾ। ਉਹਦੇ ਲਈ UAPA ਹੈਗਾ, ਉਹਦੇ ਲਈ ਜੇਲਾਂ ਹੈਗੀਆਂ, ਉਹਦੇ ਲਈ NIA ਹੈ। ਇਹੋ ਜਿਹੇ ਕਾਨੂੰਨ ਉਹਨਾਂ ਨੇ ਬਣਾਤੇ ਆ ਤੇ ਇਸ ਗੱਲ ਦੀ ਭਾਸ਼ਾ ਤੇ ਉਹਨਾਂ ਨੇ 7-8 ਮਿੰਟ ਭਾਸ਼ਣ ਦਿੱਤਾ ਇਸੇ ਗੱਲ ਤੇ, ਅਲੱਗ-ਅਲੱਗ ਕਾਗਜ਼ ਦਿਖਾ ਕੇ ਕਿ ਇਹ ਦੇਖੋ। ਮੈਂ ਨਾਲ ਟਾਈਮ ਰੱਖ ਕੇ ਦੇਖ ਰਿਹਾ ਸੀਗਾ ਕਿ ਇਹਨਾਂ ਦਾ ਮੁੱਖ ਮੁੱਦਾ ਕੀ ਆ। ਮੁੱਖ ਮੁੱਦੇ 2 ਹੀ ਸੀ, ਇੱਕ ਤੇ ਮੈਂ ਜਿੰਨਾ ਕੰਮ ਕੀਤਾ ਪੰਜਾਬ ਲਈ ਇਹ ਕੋਈ ਨਹੀਂ ਸੀ ਹੋਰ ਕਰ ਸਕਦਾ, ਮੇਰੇ ਨਾਲ ਧੱਕਾ ਆਇਆ, ਮੈਨੂੰ ਐਵੇਂ ਚੱਕ ਕੇ ਬਾਹਰ ਮਾਰਿਆ। ਇੱਕ ਤੇ ਇਹ ਦੱਸਣਾ ਸੀ ਉਹਨਾਂ ਦਾ। ਦੂਜਾ ਦੱਸਣਾ ਇਹ ਸੀ ਕਿ ਮੈਂ ਇਹ ਜਿਹੜਾ 50 ਕਿਲੋਮੀਟਰ ਦਾ, ਇਸ ਨੂੰ ਮੈਂ ਅਪਰੂਵ ਕਰਦਾ, ਇਹ ਬਹੁਤ ਚੰਗਾ ਕੰਮ ਆ। ਇਹ ਇਸ ਕਰਕੇ ਕਹਿ ਰਹੇ ਸੀ ਕਿ ਮੋਦੀ ਜੀ ਤੇ ਜਿਹੜੇ ਅਮਿਤ ਸ਼ਾਹ, ਉਹ ਬਿਲਕੁਲ ਪੂਰੀ ਤਰ੍ਹਾਂ ਇਹਨਾਂ ਤੇ ਤਾਲੀਆਂ ਮਾਰਨ ਤੇ ਜਦੋਂ ਹੁਣ ਇਹ ਦੁਬਾਰਾ ਮਿਲਣਗੇ ਉਹਨਾਂ ਨੂੰ, ਇਹਨਾਂ ਦੇ ਗਲ 'ਚ ਮੈਨੂੰ ਤਾਂ ਲੱਗਦਾ ਕਿਤੇ ਉਹ ਕਮਲ ਦੇ ਫੁੱਲ ਵਾਲਾ ਪਟਕਾ ਹੀ ਨਾ ਪਾ ਦੇਣਾ ਚਾਹੀਦਾ। ਇੱਧਰ ਉੱਧਰ ਨਵੀਂ ਪਾਰਟੀ ਕਿਉਂ ਬਣੀ, ਬਣੀ ਬਣਾਤੀ 'ਚ ਜਾ ਵੜਨ, ਨਾਲੇ ਉਹਨਾਂ ਦਾ ਵੀ ਚੰਗਾ ਕੰਮ ਹੋ ਜੂ, ਤੁਹਾਡਾ ਵੀ ਚੰਗਾ ਹੋ ਜੂ, ਨਾਲੇ ਲੋਕਾਂ ਦਾ ਵੀ ਕੋਈ ਬਹੁਤਾ ਨਹੀਂ ਰਹੂਗਾ। ਪਰ ਉਹ ਕਹਿੰਦੇ ਕਿ ਅਸੀਂ ਨਵੀਂ ਪਾਰਟੀ ਰਜਿਸਟਰ ਕਰਾਉਣ ਲਈ ਬੰਦੇ ਆਪਣੇ ਵਕੀਲ ਦਿੱਲੀ ਭੇਜੇ ਆ, ਛੇਤੀ ਨਾਂ ਵੀ ਦੱਸ ਦਾਂਗੇ ਤੇ ਚੋਣ ਨਿਸ਼ਾਨ ਵੀ ਤੁਹਾਨੂੰ ਦੱਸ ਦਿਆਂਗੇ। ਇਹ ਗੱਲਾਂ ਹੋਈਆਂ। ਹਾਂਜੀ ਸੁਖਵਿੰਦਰ ਜੀ। ਪ੍ਰੋਫੈਸਰ, ਜਿੱਥੇ ਤੱਕ ਸਵਾਲ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ, ਇਸ ਦੇ ਉੱਤੇ ਤੁਹਾਡਾ ਕੀ ਮੰਨਣਾ ਹੈ? ਕੈਪਟਨ ਸਾਹਿਬ ਅਮਿਤ ਸ਼ਾਹ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਅੱਜ ਤੇ ਉੱਥੇ ਖੇਤੀ ਮਾਹਰ, ਕਹਿੰਦੇ ਆਪਣੇ ਵੱਲੋਂ ਖੇਤੀ ਮਾਹਰ ਕਹਿ ਰਹੇ ਨੇ, ਹੁਣ ਪਤਾ ਨਹੀਂ ਕੌਣ ਕੌਣ ਹੋਣਗੇ, ਟ੍ਰੇਡਿੰਗ ਵਾਲੇ ਵਪਾਰੀਆਂ ਨੂੰ ਵੀ ਨਾਲ ਲੈ ਕੇ ਜਾਣਾ।
ਪਰ ਕਿਸਾਨ, ਜਿਵੇਂ ਮੈਂ ਪਹਿਲਾਂ ਕਿਹਾ ਕਿ ਕਿਸਾਨ ਕਹਿੰਦੇ ਕਿ ਖੇਤੀ ਕਾਨੂੰਨ ਰੱਦ ਕਰੋ, ਦੂਜੀ ਤੀਜੀ ਕੋਈ ਗੱਲ ਹੀ ਨਹੀਂ। ਇੱਕ ਉਹਨਾਂ ਨੇ ਹੋਰ ਵੀ ਗੱਲ ਕਹੀ ਹੈ ਕਿ 117 ਸੀਟਾਂ ਤੇ ਅਸੀਂ ਬੰਦੇ ਆਪਣੇ ਖੜੇ ਕਰਨੇ ਆ ਜੀ, ਔਰ ਜਿਹੜੇ ਨਾਲ ਜਾਣੇ ਆ 25-30 ਬੰਦਿਆਂ ਦਾ ਟੋਲਾ, ਇਹ 117 ਦੇ ਸੀਟਾਂ ਤੇ ਜਿਨ੍ਹਾਂ ਨੂੰ ਝਾਂਸਾ ਦਿੱਤਾ ਉਹ ਖੜੇ ਕਰਨ ਵਾਲੇ ਹੋਣਗੇ, ਇਹ ਕਿਸਾਨ ਨਹੀਂ ਹੋਣਗੇ। ਪੱਗ ਹਰੀ ਬੰਨਣ ਦੇ ਨਾਲ ਕੋਈ ਕਿਸਾਨ ਨਹੀਂ ਬਣ ਜਾਂਦਾ। ਇਹ ਕਹਿੰਦੇ ਆ ਕਿ ਮੈਂ 10 ਸਾਲ ਐਗਰੀਕਲਚਰ ਮਿਨਿਸਟਰ ਰਿਹਾ, ਇਸ ਕਰਕੇ ਮੈਂ ਤੇ ਅਮਿਤ ਸ਼ਾਹ ਨੂੰ ਮੁਫਤ ਦੀ ਸਲਾਹ ਦੇਣ ਚੱਲਿਆ। ਉਹ ਤੇ ਅਮਿਤ ਸ਼ਾਹ ਨੂੰ ਬੜਾ ਭੁਲੇਖਾ ਸੀ ਕਿ ਕਿਤੇ ਸ਼ੁਰੂ 'ਚ ਹੀ ਇਹਨਾਂ ਦੀ ਸਲਾਹ ਲੈ ਲੈਂਦੇ ਤੇ ਸ਼ਾਇਦ ਸ਼ੁਰੂ 'ਚ ਹੀ ਮਸਲਾ ਹੱਲ ਹੋ ਜਾਂਦਾ। ਹੁਣ ਉਹਨਾਂ ਨੂੰ ਨਹੀਂ ਸਮਝ ਪੈਂਦੀ ਅਮਿਤ ਸ਼ਾਹ ਨੂੰ, ਤੇ ਇਹ ਆਪ ਦੱਸਣ ਚੱਲੇ ਕਿ ਮੈਂ ਐਡੀ ਵੱਡੀ ਟੀਮ ਲੈ ਕੇ ਉਹਨਾਂ ਨੂੰ ਰਾਹ ਦੱਸਣ ਆਇਆ ਕਿ ਤੁਸੀਂ ਜਿਸ ਢੰਗ ਨਾਲ ਤੁਹਾਡੇ ਤੇ ਭਾਰੂ ਪੈ ਗਏ ਕਿਸਾਨਾਂ ਦਾ ਅੰਦੋਲਨ, ਕਿਸਾਨ ਲੀਡਰਸ਼ਿਪ, ਉਹਨਾਂ ਨਾਲੋਂ ਐਕਸਪਰਟ ਵੱਡਾ ਕਿਹੜਾ ਆ? ਜਿਹੜੇ ਕਿਸਾਨ ਲੀਡਰ ਉੱਥੇ ਸਾਲ ਦੇ ਸੜਕ ਤੇ ਬੈਠੇ ਆ, ਉਹਨਾਂ ਨਾਲੋਂ ਜ਼ਿਆਦਾ ਐਕਸਪਰਟ ਤਾਂ ਸਿਆਣੇ ਹੋ ਗਏ ਆ ਕਿ ਉਹਨਾਂ ਨਾਲੋਂ ਜ਼ਿਆਦਾ ਇਹਨਾਂ ਨੇ ਕਾਇਦਾ ਕਾਨੂੰਨ ਪੜ੍ਹ ਲਿਆ। ਇਹ ਤੇ ਅਕਲਮੰਦੀ ਤੋਂ ਬਗੈਰ ਪੈਰ ਨਹੀਂ ਸੀ ਪੁੱਟਦੇ, ਉਹਨੂੰ ਨਾਲ ਲੈ ਜਾਣ, ਜਿਹੜਾ ਸਾਡਾ ਇਹ ਅਟਾਰਨੀ ਜਨਰਲ ਸੀਗਾ। ਇਸ ਲਈ ਸੁਖਵਿੰਦਰ, ਇਹ ਫਾਲਤੂ ਗੱਲਾਂ ਹੈਗੀਆਂ। ਇਹਨਾਂ ਨੇ ਵੋਟ ਕਾਟੂ ਦਾ ਕੰਮ ਕਰਨਾ, ਉੱਥੇ ਜਾ ਕੇ ਕਹਿਣਾ ਇਹ ਹੈ ਕਿ ਦੇਖੋ ਬਾਹਰ ਆ ਕੇ ਸਟੇਟਮੈਂਟਾਂ ਵੀ ਦੇ ਦੇਣਗੇ ਕੁਛ ਇਹਨਾਂ ਨੂੰ, ਜੋ ਉਹਨਾਂ ਨੇ ਸਿੱਧਾ ਨੈਗੋਸ਼ੀਏਸ਼ਨ ਦੇ ਟੇਬਲ ਤੇ ਕਿਸਾਨ ਲੀਡਰਾਂ ਨਾਲ ਕਰਨਾ, ਅਮਿਤ ਸ਼ਾਹ ਤੇ ਉਹਨਾਂ ਦੀ ਪਾਰਟੀ ਨੇ, ਨਰਿੰਦਰ ਤੋਮਰ, ਪੀਯੂਸ਼ ਗੋਇਲ ਵਗੈਰਾ ਨੇ ਕਰਨਾ, ਉਹ ਇਹਨਾਂ ਰਾਹੀਂ ਕੱਲ ਬਾਹਰ ਜਿਹੜਾ ਜਦੋਂ ਵੀ ਉਹ ਅੱਜ ਮਿਲਦੇ ਆ ਜਾਂ ਕਦੋਂ ਵੀ ਮਿਲਦੇ ਆ, ਜਦੋਂ ਵੀ ਮਿਲਣਗੇ ਇਹਨਾਂ ਨੇ ਇਹ ਉਦੋਂ ਬਾਹਰ ਪ੍ਰੈਸ ਕਾਨਫਰੰਸ ਕਰਕੇ ਜਾਂ ਮੀਡੀਆ ਤੋਂ ਇਹਨਾਂ ਰਾਹੀਂ ਦਾਣਾ ਸੁੱਟ ਕੇ ਦੇਖਣਗੇ ਕਿ ਕਿਸਾਨ ਲੀਡਰ ਜਿਹੜੇ ਆ ਉਹ ਇਸ ਗੱਲ ਤੇ ਐਗਰੀ ਕਰਦੇ ਕਿ ਨਹੀਂ ਕਰਦੇ। ਇਹ ਕੰਮ ਫੜ ਲਿਆ, ਜਾਨੀ ਉਹਨਾਂ ਦੀ ਦਲਾਲੀ, ਉਹਨਾਂ ਦੀ ਇੱਕ ਮਿਡਲਮੈਨ ਦੇ ਤੌਰ ਦੇ ਉੱਤੇ ਇਹ ਆਪਣਾ ਕੰਮ ਉੱਥੇ ਕਰਨਗੇ। ਹੋਰ ਇਹਦੋਂ ਇਲਾਵਾ ਕੁਛ ਨਹੀਂ ਹੈ। ਜਿਹੜਾ ਬੰਦਾ ਅੱਗੇ ਚੜੂਨੀ ਸਾਹਿਬ ਨੇ ਕਿਹਾ ਮੈਂ 117 ਸੀਟਾਂ ਤੇ ਆਪਣੇ ਬੰਦੇ ਖੜੇ ਕਰ ਰਿਹਾ, ਕੈਪਟਨ ਸਾਹਿਬ ਕਹਿੰਦੇ ਅਸੀਂ ਵੀ 117 ਤੇ ਖੜੇ ਕਰਾਂਗੇ। ਲੋਕਾਂ ਨੇ, ਜਰਨਲਿਸਟਾਂ ਨੇ ਸਵਾਲ ਕੀਤਾ ਵੀ ਕਿਹੜੀ ਪਾਰਟੀ ਨਾਲ ਫਰੰਟ ਬਣਾ ਰਹੇ ਆ। ਇਹਨਾਂ ਨੇ ਕਿਹਾ ਮੈਂ ਫਰੰਟ ਨਹੀਂ ਬਣਾ ਰਿਹਾ, ਕਿਸੇ ਨੇ ਕੋਈ ਸਾਂਝਾ ਫਰੰਟ ਨਹੀਂ ਬਣਾ ਰਹੇ, ਸੀਟਾਂ ਦਾ ਲੈਣ ਦੇਣ ਕਰਾਂਗੇ। ਮਤਲਬ ਇਹ ਹੈ ਕਿ ਕੁਝ ਬੀਜੇਪੀ ਜਿੱਥੇ ਖੜੀ ਕਰੂਗੇ ਉੱਥੇ ਕੈਪਟਨ ਦੀ ਪਾਰਟੀ ਨਹੀਂ ਖੜੀ ਹੋਊਗੀ, ਜਿੱਥੇ ਢੀਂਡਸਾ ਖੜੇ ਹੋਊਗਾ ਉੱਥੇ ਦੋਵੇਂ ਨਹੀਂ ਖੜੇ ਹੋਣਗੇ। ਇਹ ਸਾਰੇ ਬੰਦੇ ਜਿਹੜੇ ਛੋਟੀਆਂ ਮੋਟੀਆਂ ਪਾਰਟੀਆਂ ਆ, ਰਵਿੰਦਰ ਜਾਂ ਹੋਰ ਸਾਰੇ ਹੋਣਗੇ, ਇਹਨਾਂ ਨੂੰ ਕਿਸੇ ਨੂੰ 2 ਕਿਸੇ ਨੂੰ 4 ਜਿੰਨੇ ਦੀ ਕੋਈ ਮਾਰ ਹੋਊਗੀ ਆਪਣਾ ਫੈਸਲਾ ਕਰਕੇ, ਤੇ ਇਹ ਇੱਕ ਦੂਜੇ ਦੀਆਂ ਵੋਟਾਂ ਨਹੀਂ ਕੱਟਣਗੇ ਤੇ ਦੂਜਿਆਂ ਦੀਆਂ ਜਿਹੜੀ ਖੇਲ ਖਰਾਬ ਕਰਨ ਲਈ ਇੱਕ ਕਿਸਮ ਦਾ ਕੰਮ ਸ਼ੁਰੂ ਹੋਊਗਾ। ਹੁਣ ਦੇਖਦੇ ਆ ਕਿ ਇਹਦੇ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਆ। ਪਾਰਟੀਆਂ ਰੋਜ਼ ਬਣਦੀਆਂ, ਪਰ ਗੱਲ ਬੜੀ ਸਾਫ਼ ਆ ਕਿ ਕੈਪਟਨ ਸਾਹਿਬ ਜਿਹੜੇ ਆ ਉਹ ਬਹੁਤ ਲੇਟ ਹੋ ਗਏ। ਹੁਣ ਇੱਕ ਗੱਲ ਦਾ ਸਵਾਲ ਲੋਕਾਂ ਨੇ ਕੀਤਾ ਕਿ ਤੁਹਾਡੇ ਤੇ ਰੰਧਾਵੇ ਨੇ ਇੰਜ ਕੀਤਾ, ਚਲੋ ਰੂਸਾ ਦਾ ਤੇ ਮਾਮਲਾ 22 ਦਾ ਵੀ ਆ ਗਿਆ ਕਿ ਉਹ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਕੀਤਾ ਕੁਛ ਨਹੀਂ, ਜੇ ਨਹੀਂ। ਤਾਂ ਉਹਦਾ ਜਵਾਬ ਉਹਨਾਂ ਨੇ ਇਹ ਦਿੱਤਾ ਕਿ ਦੇਖੋ ਇਹ ਵਿੱਚੇ ਹੀ ਸੀਗੇ, ਮੈਨੂੰ ਤਾਂ ਕਦੀ ਨਹੀਂ ਇਹਨਾਂ ਨੇ ਕਿਹਾ। ਮੈਨੂੰ ਲੱਗਦਾ ਇਹ ਵੀ ਕੋਈ ਉਹਨਾਂ ਦਾ ਇਮਾਨਦਾਰੀ ਵਾਲਾ ਜਵਾਬ ਨਹੀਂ ਸੀ। ਤੁਹਾਨੂੰ ਯਾਦ ਆ ਕਿ ਬਰਗਾੜੀ ਵਾਲੇ ਇਸ਼ੂ ਤੇ ਅੱਜ ਤੋਂ 2-2.5 ਸਾਲ ਪਹਿਲਾਂ ਜਿਹੜੀ ਸਪੈਸ਼ਲ ਔਨ ਏਅਰ ਸਾਰੀ ਜਿਹੜਾ ਸੈਸ਼ਨ ਕੀਤਾ ਗਿਆ ਸੀਗਾ, ਲਾਈਵ ਕਵਰ ਕੀਤਾ ਗਿਆ ਸੀ ਮੀਡੀਆ ਵੱਲੋਂ, ਤੇ ਉਹਦੇ ਚ ਕਿਹੜੇ ਮਿਨਿਸਟਰ ਨੇ ਇਹਦੇ ਆਪਣੇ ਨੇ ਇਹਦੇ ਅੱਗੇ ਝੋਲੀਆਂ ਨਹੀਂ ਅੱਡੀਆਂ ਕਿ ਤੂੰ ਆਖੇ ਲਾ ਕੇ ਛੇਤੀ ਕਰਾਓ। ਬਿਲਕੁਲ। ਪ੍ਰਗਟ ਸਿੰਘ ਨੇ 2.5 ਸਾਲ ਤੋਂ ਪਹਿਲਾਂ ਤੋਂ ਪ੍ਰੈਸ ਕਾਨਫਰੰਸਾਂ ਕਰਕੇ, ਜੇ ਅੰਦਰ ਖਾਤੇ ਹੋਵੇ ਤੇ ਆਪਾਂ ਮੰਨੀਏ ਨਾ, ਪ੍ਰੈਸ ਕਾਨਫਰੰਸਾਂ ਕਰਕੇ ਕਹਿੰਦੇ ਰਹੇ। ਸਿੱਧੂ ਘਰ ਇਸੇ ਕਰਕੇ ਨਾਰਾਜ਼ ਹੋ ਕੇ ਬੈਠਾ ਰਿਹਾ 2-2.5 ਸਾਲ ਕਿ ਇਹ ਕਰਦਾ ਕੁਛ ਨਹੀਂ ਹੈ। ਇਸੇ ਤਰ੍ਹਾਂ ਹੋਰ ਕਈ ਬੰਦਿਆਂ ਨੇ ਪਰਾਂ ਹੋਏ। ਇਹ ਨਹੀਂ ਹੈ ਕਿ ਇਹਦੇ ਤੋਂ ਛੁਟਕਾਰਾ ਪਾਉਣ ਲਈ ਕੋਈ ਹਮਲੇ ਨਹੀਂ ਮਾਰੇ, ਪਰ ਬਹੁਤੇ ਕਾਂਗਰਸੀ ਵਿੱਚੇ ਮੈਂ ਤੇ ਕਹੂੰਗਾ ਰੰਧਾਵੇ ਸਾਹਿਬ ਵਰਗੇ ਵੀ ਜਾਂ ਹੋਰ ਵੀ, ਉਹਨਾਂ ਨੇ ਜਿੰਨਾ ਦਮਖਮ ਵੇਲੇ ਸਿਰ 2-2.5 ਸਾਲ ਪਹਿਲਾਂ ਦਿਖਾਉਣਾ ਚਾਹੀਦਾ ਸੀ ਉਹ ਨਹੀਂ ਦਿਖਾਇਆ। ਹੋ ਸਕਦਾ ਕਈ ਵਾਰੀ ਕਿ ਬਾਈ ਇਲੈਕਸ਼ਨ ਹੋਊਗੀ, ਫਿਰ ਪਤਾ ਨਹੀਂ ਦੁਬਾਰਾ ਖਰਚਾ ਕਰਨਾ ਪਊ, ਦੁਬਾਰਾ ਮਿਨਿਸਟਰੀਆਂ ਬਣਨਗੀਆਂ। ਜੇ ਸਰਕਾਰ ਟੁੱਟਦੀ ਤੇ ਫਿਰ ਇਸ ਤਰ੍ਹਾਂ ਹੁੰਦਾ ਨਾ, ਕਈ ਵਾਰੀ ਉਹ ਰਿਸਕ ਨਹੀਂ ਸੀ ਲੈਣਾ ਚਾਹੁੰਦੇ ਤੇ ਪੂਰਾ ਇਕੱਠ ਨਹੀਂ ਸੀ ਕਰਦੇ ਆਪਣਾ ਟਾਈਮ ਕੱਢਣ ਤੋਂ ਬਾਅਦ। ਹੁਣ ਜਾ ਕੇ ਤੇ ਉਹਨੂੰ ਬਾਹਰ ਦਾ ਰਸਤਾ ਦਿਖਾਇਆ ਜਦੋਂ ਬਾਈ ਇਲੈਕਸ਼ਨ ਦਾ ਟਾਈਮ ਨਹੀਂ ਰਿਹਾ। ਇਹ ਤੇ ਇਹਨਾਂ ਦੀ ਥੋੜੀ ਮੈਂ ਮੌਕਾ ਪ੍ਰਸਤੀ ਜ਼ਰੂਰ ਮੰਨਦਾ। ਜੇ ਇਹ ਵਾਕਿਆ ਹੀ ਸਾਰੇ ਜਿਹੜੇ ਹੋਣ ਵਾਲੇ ਕਾਂਗਰਸ ਦੀ ਲੀਡਰਸ਼ਿਪ ਵੀ ਹੈ ਬਿਲਕੁਲ ਪੰਜਾਬ ਦੇ ਹਿੱਤਾਂ ਨੂੰ ਪ੍ਰਣਾਏ ਹੁੰਦੇ, ਤੇ ਜਿਵੇਂ ਪ੍ਰਗਟ, ਜਿਵੇਂ ਨਵਜੋਤ ਸਿੰਘ ਸਿੱਧੂ ਜਾਂ ਜਿਹੜੇ ਹੋਰ ਵੀ ਕਈ ਬੰਦੇ
ਦੇਰ ਤੋਂ ਗੁਹਾਰ ਲਾ ਰਹੇ ਸੀਗੇ ਕਿ ਕੈਪਟਨ ਤੋਂ ਕਾਂਗਰਸ ਬਚਾਓ ਤੇ ਕੈਪਟਨ ਤੋਂ ਪੰਜਾਬ ਨੂੰ ਬਚਾਓ, ਇਹ ਜਾ ਕੇ ਰਲ ਗਿਆ ਜੇ, ਉਹਨਾਂ ਨਾਲ ਰਲ ਗਿਆ ਜੇ, ਇਹ ਰੌਲਾ ਪੈ ਰਿਹਾ ਸੀਗਾ। ਵਿਰੋਧੀ ਪਾਰਟੀਆਂ ਵੀ, ਸ਼੍ਰੋਮਣੀ ਅਕਾਲੀ ਦਲ ਬਾਰ-ਬਾਰ ਕਹਿੰਦਾ ਸੀ, ਆਮ ਆਦਮੀ ਪਾਰਟੀ ਵੀ ਕਹਿੰਦੇ ਸੀ, ਹਾਲਾਂਕਿ ਉਹ ਆਪਣੇ ਹਿੱਤ ਨੂੰ ਅੱਗੇ ਰੱਖ ਕੇ ਕਹਿੰਦੇ ਸੀ, ਉਹਨਾਂ ਦੇ ਬਹੁਤੇ ਲੋਕ ਵਿਸ਼ਵਾਸ ਨਹੀਂ ਸੀ ਕਰਦੇ, ਪਰ ਜਿਹੜੀ ਅੰਦਰੋਂ ਗੱਲ ਸੀਗੀ, ਅੰਦਰ ਵਾਲਿਆਂ ਨੂੰ ਤੇ ਇਸ ਗੱਲ ਦੀ ਬਗਾਵਤ ਕਰਨੀ ਚਾਹੀਦੀ ਸੀ, ਜਿਹੜੀ ਇਹਨਾਂ ਨੇ ਵੇਲੇ ਸਿਰ ਨਹੀਂ ਕੀਤੀ, ਉਹਦਾ ਨੁਕਸਾਨ ਪੰਜਾਬ ਨੂੰ ਹੋਇਆ। ਅੱਜ ਉਹ ਜਿੱਡੇ ਮਰਜੀ ਵੱਡੇ ਵੱਡੇ ਪਲੰਦੇ ਕੈਪਟਨ ਸਾਹਿਬ ਲੋਕਾਂ ਨੂੰ ਦਿਖਾ ਲੈਣ ਕਿ ਆਹ ਕੀਤਾ, ਆਹ ਕੀਤਾ, ਆਹ ਕੀਤਾ, ਧਰਾਤਲ ਤੇ ਪੰਜਾਬ ਥੱਲੇ ਹੀ ਗਿਆ, ਕੋਈ ਉੱਪਰ ਨਹੀਂ ਉੱਠਿਆ। ਔਰ ਹੁਣ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਚੁਣੌਤੀਆਂ ਪੰਜਾਬ ਲਈ, ਦੁਬਾਰਾ ਉਹਦਾ ਸਿਰ ਕੱਢ ਕੇ, ਸਿਰ ਉਠਾ ਕੇ ਉੱਠਣ ਲਈ, ਮਜ਼ਬੂਤ ਆਰਥਿਕਤਾ, ਮਜ਼ਬੂਤ ਸਮਾਜਿਕ ਤਾਣਾ ਬਾਣਾ ਬਣਾਉਣ ਲਈ ਇਹ ਕਾਫੀ ਮਿਹਨਤ ਦਾ ਕੰਮ ਹੋਊਗਾ। ਉਹਦੇ ਲਈ ਦੇਖਦੇ ਹਾਂ ਕਿਹੜੀ ਪਾਰਟੀ ਕਿੰਨਾ ਕੁ ਆਪਣਾ ਯੋਗਦਾਨ ਕਰਦੀ। ਜੀ ਪ੍ਰੋਫੈਸਰ, ਮੇਰਾ ਆਖਰੀ ਸਵਾਲ ਹੈ ਕਿ ਇੱਕ ਪਾਸੇ ਤਾਂ ਬੀਜੇਪੀ ਹਾਈ ਲੈਵਲ ਮੀਟਿੰਗਾਂ ਪੰਜਾਬ ਦੇ ਵਿੱਚ, ਹਾਲਾਂਕਿ ਕਿਸਾਨਾਂ ਨੇ ਕਿਹਾ ਕਿ ਅਸੀਂ ਪੰਜਾਬ 'ਚ ਕਿਤੇ ਵੀ ਇਹਨਾਂ ਨੂੰ ਨਹੀਂ ਦੇਣਾ, ਪਰ ਫਿਰ ਵੀ ਉਹ ਆਪਣੇ ਤੌਰ ਦੇ ਉੱਤੇ ਜ਼ੋਰ ਲਾ ਰਹੇ ਨੇ। ਕੈਪਟਨ ਸਾਹਿਬ ਕਹਿੰਦੇ ਅਸੀਂ ਉਹਨਾਂ ਦੇ ਨਾਲ ਹੋ ਕੇ, ਪਰ ਬੀਜੇਪੀ ਆਪਣੇ ਦਮ ਦੇ ਉੱਤੇ ਵੀ ਚੋਣਾਂ ਲੜੇਗੀ, ਉਹ ਨਹੀਂ ਚਾਹੇਗੀ ਕਿ ਕਿਸੇ ਨੂੰ ਵੀ ਕ੍ਰੈਡਿਟ ਮਿਲੇ ਕਿਸੇ ਵੀ ਢੰਗ ਦਾ। ਅਰਵਿੰਦ ਕੇਜਰੀਵਾਲ ਹੁਣੀ ਪੰਜਾਬ ਦੇ ਵਿੱਚ ਲਗਾਤਾਰ ਆਪਣੀ ਫੇਰੀ ਜਿਹੜੇ ਗੇੜੇ ਨੇ ਉਹ ਵਧਾ ਰਹੇ ਨੇ। ਇਹ ਸਭ ਦੇ ਵਿਚਾਲੇ ਕਿਸ ਤਰ੍ਹਾਂ ਦੇਖਿਆ ਜਾਏ ਕਿ ਪੰਜਾਬ ਦਾ ਸੀਨ ਜਿਹੜਾ ਆ ਉਹ, ਕੀ ਲੋਕ ਇਹਨਾਂ ਦੇ ਵੱਲ ਝੁਕਣਗੇ, ਕੀ ਬੀਜੇਪੀ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਜਾਂ ਕਿਸੇ ਨੂੰ ਵੀ ਇਹਨਾਂ ਸਾਰਿਆਂ ਨੂੰ ਸਬਕ ਨਹੀਂ ਲੈਣਾ ਚਾਹੀਦਾ, ਭਾਵੇਂ ਵਿੱਚ ਨਵਜੋਤ ਸਿੱਧੂ ਨੇ, ਕਿ ਜੋ ਕੁਝ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਜਿਸ ਚੀਜ਼ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਉਹ ਸਿਰਫ ਤੇ ਸਿਰਫ ਪੰਜਾਬ ਸੈਂਟਰਿਕ ਮੁੱਦੇ ਨੇ, ਪੰਜਾਬ ਦਾ ਏਜੰਡਾ ਆ। ਜੇ ਤੁਸੀਂ ਉਹ % ਵੀ ਬਾਹਰ ਹੁੰਦੇ ਹੋ ਤਾਂ ਇਹੀ ਅਸਰ ਹੋਣਾ ਜੋ ਅੱਜ ਕੈਪਟਨ ਸਾਹਿਬ ਦਾ ਕਦੇ ਇੱਧਰ ਤੇ ਕਦੇ ਉੱਧਰ ਲੋਕ ਕਬੂਲ ਨਹੀਂ ਕਰਦੇ। ਦੇਖੋ, ਅਸੀਂ ਜਦੋਂ ਇੰਜ ਸੋਚਦੇ ਹਾਂ ਜਾਂ ਇਸ ਕਿਸਮ ਨਾਲ ਆਪਣਾ ਆਰਗੂਮੈਂਟ ਬਿਲਡ ਕਰਦੇ ਹਾਂ ਤਾਂ ਸਾਨੂੰ ਐਂ ਲੱਗਦਾ ਕਿ ਸਾਰੇ ਲੋਕ ਬੜੇ ਤਰਕ ਦੇ ਨਾਲ ਚੱਲਦੇ ਆ। ਲੋਕ ਆਜ਼ਾਦਾਨਾ ਤੌਰ ਤੇ ਤਰਕ ਨਾਲ ਫੈਸਲਾ ਲੈਣ, ਫਿਰ ਤੇ ਮਸਲੇ ਹੀ ਹੱਲ ਹੋ ਜਾਣ ਸਾਰੇ। ਲੋਕ ਬਹੁਤੇ ਫੈਸਲੇ ਡਰ ਤੋਂ, ਜਦੋਂ ਕੋਈ ਉਹਨਾਂ ਦੇ ਸਾਹਮਣੇ ਚੋਇਸ ਨਹੀਂ ਰਹਿੰਦੀ, ਆਪਣੀ ਸਿਕਿਉਰਿਟੀ ਤੋਂ, ਆਪਣੀਆਂ ਛੋਟੀਆਂ ਛੋਟੀਆਂ ਗੱਲਾਂ, ਉਹਨਾਂ ਤੋਂ ਕੋਈ ਨੈਗੇਟਿਵ ਆ ਕਿ ਮੇਰੇ ਤੇ ਉੱਤੇ ਗਾਜ ਨਾ ਡਿੱਗ ਪਏ, ਕਈ ਗੱਲ ਇਹ ਆ ਕਿ ਮੈਨੂੰ ਥੋੜਾ ਜਿਹਾ ਕੋਈ ਸਹਾਰਾ ਮਿਲ ਜੇ, ਇਹ ਸਾਰੀਆਂ ਗੱਲਾਂ ਚੋਂ ਲੋਕ ਵੋਟਾਂ ਪਾਉਣ ਵੇਲੇ ਫੈਸਲਾ ਲੈਂਦੇ ਆ। ਇੱਥੇ ਕੀ ਹੈ ਕਿ ਪੰਜਾਬ ਇੱਕ ਬਾਰਡਰ ਸਟੇਟ ਆ, ਇੱਕ ਲਗਾਤਾਰ ਕੈਪਟਨ ਵੱਲੋਂ ਵੀ, ਬੀਜੇਪੀ ਵੱਲੋਂ ਵੀ, ਹੋਰਨਾਂ ਵੱਲੋਂ ਵੀ ਮਾਹੌਲ ਇਹੋ ਜਿਹਾ ਖੜਾ ਕੀਤਾ ਜਾ ਰਿਹਾ ਪੰਜਾਬ ਦੇ ਅੰਦਰ ਕਿ ਜਿਵੇਂ ਪੰਜਾਬ ਦੇ ਅੰਦਰ ਕੋਈ ਜਾਂ ਤੇ ਖਾਲਿਸਤਾਨ ਆ ਗਿਆ ਜਾਂ ਪਾਕਿਸਤਾਨ ਆ ਗਿਆ, ਸਮਝੋ ਕੁਛ ਨਾ ਕੁਛ ਇਹੋ ਜਿਹਾ ਹੋ ਹੀ ਜਾਣਾ ਜੀ। ਇੱਥੇ ਬਹੁਤ ਸਾਰੀਆਂ ਕੇਂਦਰ ਦੀਆਂ ਏਜੰਸੀਆਂ ਵੀ ਕੰਮ ਕਰਦੀਆਂ ਰਹਿੰਦੀਆਂ ਤੇ ਹੁਣ ਉਹਨਾਂ ਨੂੰ ਕੰਮ ਕਰਨ ਲਈ ਹੋਰ ਵੀ ਸੌਖਾ ਹੋ ਜੂ। ਅੱਧੇ ਪੰਜਾਬ ਦੇ ਵਿੱਚ 50 ਕਿਲੋਮੀਟਰ ਤੱਕ ਜਿੱਥੇ BSF ਦਾ ਬੋਲਬਾਲਾ ਲੀਗਲ ਤੌਰ ਤੇ ਹੋ ਗਿਆ, ਇਹ ਗੱਲਾਂ ਕੈਪਟਨ ਸਾਹਿਬ ਨਹੀਂ ਕਰਦੇ ਕਿ ਮੈਂ ਕਰ ਕੀ ਰਿਹਾ, ਪੰਜਾਬ ਦੇ ਨਾਲ ਕਿਹੋ ਜਿਹੇ ਸੌਦੇਬਾਜ਼ੀ ਕਰ ਰਹੇ ਹਾਂ, ਪੰਜਾਬ ਨੂੰ ਕਿਸ ਜੋਖਮ ਚ ਪਾ ਰਹੇ ਹਾਂ, ਬਿਲਕੁਲ ਬੇਸ਼ਰਮੀ ਦੇ ਨਾਲ ਉਸ ਗੱਲ ਨੂੰ ਡਿਨਾਈ ਕਰ ਰਹੇ ਆ ਤੇ ਉਹਨੂੰ ਦੇਸ਼ ਭਗਤੀ ਦਾ ਇੱਕ ਜਾਮਾ ਪਹਿਨਾ ਰਹੇ ਆ ਤਾਂ ਕਿ ਉਲਟਾ ਗੱਲ ਲੱਗੇ ਕਿ ਨਾ ਨਾ, ਇਹ ਤੇ ਮੈਂ ਬਹੁਤ ਹੀ ਪਵਿੱਤਰ ਕੰਮ ਕਰ ਰਿਹਾ, ਜਿਹੜਾ ਮੈਂ ਜ਼ਿੰਦਗੀ ਭਰ ਦਾ ਮੇਰਾ ਨਿਸ਼ਾਨਾ ਹੈਗਾ। ਇਸ ਲਈ ਜਿਹੜਾ ਕੇਜਰੀਵਾਲ ਵੱਲੋਂ ਆਉਣਾ ਜਾਂ ਬੀਜੇਪੀ ਦਾ ਜਿਹੜਾ ਤੁਸੀਂ ਸਵਾਲ ਦੋਵਾਂ ਦੇ ਕੀਤੇ ਹੈ, ਉਹਨਾਂ ਦੀ ਵੀ ਇੱਕ ਜਗ੍ਹਾ ਇੱਥੇ ਬਣੀ ਰਹਿੰਦੀ ਆ। ਕਾਰਨ ਉਹਦਾ ਮੈਂ ਇਹ ਨਹੀਂ ਕਹਿੰਦਾ ਕਿ ਤਰਕ ਦੇ ਨਾਲ, ਜਦੋਂ ਖਾਲਿਸਤਾਨ ਦੀ ਇੱਥੇ ਬੋਲਬਾਲਾ ਚੱਕ ਦਿੱਤਾ ਜਾਂਦਾ, ਜ਼ਿਆਦਾ ਕਰਾ ਦਿੱਤਾ ਜਾਂਦਾ, ਤਾਂ ਜਿਹੜੀ ਸਾਡੀ ਹਿੰਦੂ ਮਾਈਨੋਰਿਟੀ ਆ ਪੰਜਾਬ ਦੇ ਵਿੱਚ, ਹਿੰਦੂ ਭਾਈ ਹੈ ਪੰਜਾਬੀ, ਉਹ ਇਸ ਗੱਲ ਤੋਂ ਥੋੜਾ ਭੈ ਭੀਤ ਹੋ ਜਾਂਦੇ ਕਿ ਦੁਬਾਰਾ ਕਿਤੇ ਖਾੜਕੂਵਾਦ ਦਾ ਦੌਰ ਨਾ ਆ ਜਾਏ, ਇੰਜ ਨਾ ਹੋ ਜਾਏ, ਅਸੀਂ ਕਿਹਦੇ ਨਾਲ ਗੱਲ ਕਰਾਂਗੇ। ਉਹ ਫਿਰ ਉਸ ਡਰ ਦੇ ਮਾਰੇ, ਜੇ ਤੇ ਨਾਰਮਲ ਮਾਹੌਲ ਹੋਵੇ, ਡਰਨ ਨਾ, ਕੁਛ ਕਾਂਗਰਸ ਨਾ ਜਾਣ, ਕੁਛ ਥੋੜੇ ਬਹੁਤ ਅਕਾਲੀ ਦਲ ਨਾ ਚੱਲਣ, ਕੁਛ ਬਾਕੀ ਪਾਰਟੀਆਂ 'ਚ ਵੀ ਚਲੇ ਜਾਣ, ਕੁਝ ਜ਼ਿਆਦਾਤਰ ਬੀਜੇਪੀ 'ਚ ਵੀ ਚਲੇ ਜਾਣ, ਪਰ ਜੇ ਉਹਨਾਂ ਨੂੰ ਜ਼ਿਆਦਾ ਡਰਾ ਧਮਕਾ ਕੇ ਇਹ ਦੱਸਿਆ ਜਾਏ ਕਿ ਦੇਖੋ ਤੁਹਾਨੂੰ ਕੇਂਦਰ ਹੀ ਬਚਾ ਸਕਦਾ ਤੇ ਤੁਸੀਂ ਚੁੱਪ ਕਰਕੇ ਅਮਿਤ ਸ਼ਾਹ ਤੇ ਮੋਦੀ ਦੀ ਸ਼ਰਨ ਵਿੱਚ ਆ ਜਾਓ, ਇੰਨਾ ਡਰਾਤਾ ਜਾਏ, ਤੇ ਹੋ ਸਕਦਾ ਇਸ ਕਿਸਮ ਦੀ ਉਹ ਚਾਲ ਚੱਲਣਗੇ ਜਿਹਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਵੱਡਾ ਭਾਈਵਾਲ ਉਹਨਾਂ ਨੂੰ ਹੱਥ ਵਿੱਚ ਆ ਗਿਆ, ਉਹ ਹੈਗਾ ਕੈਪਟਨ ਅਮਰਿੰਦਰ ਸਿੰਘ। ਰਹੀ ਗੱਲ, ਹਾਂ, ਇਸ ਕਿਸਮ ਦੀ ਗੱਲ ਮੈਂ ਕਹਿ ਰਿਹਾ, ਕੋਈ ਪੰਜਾਬ ਦੇ ਮੁੱਦਿਆਂ ਦੀ ਨਹੀਂ ਗੱਲ, ਪੰਜਾਬ ਦੀ ਤਰੱਕੀ ਦੀ, ਪੰਜਾਬ ਦੇ ਇੰਡਸਟਰੀ ਦੀ, ਪੰਜਾਬ ਦੇ ਵਪਾਰ ਦੀ, ਜਾਂ ਬਾਰਡਰ ਖੋਲਣ ਦੀ, ਪਾਕਿਸਤਾਨ ਨਾਲ ਕੋਈ ਚੰਗੇ ਰਿਸ਼ਤੇ ਬਣਾਉਣ ਦੀ, ਕੋਈ ਇਹੋ ਜਿਹੇ ਮੁੱਦੇ ਨਹੀਂ ਪੰਜਾਬ ਦੇ ਵਿੱਚ।
ਟੈਕਸ ਜਿਹੜਾ ਜਾਨੀ ਆਮਦਨ ਕਿਵੇਂ ਵਧਾਉਣੀ ਹੈ, ਖਜ਼ਾਨੇ 'ਚ ਪੈਸਾ ਕਿਵੇਂ ਵਧਾਉਣਾ, ਕਿੱਥੇ ਟੈਕਸ ਲਾਉਣਾ ਕਿੱਥੇ ਨਹੀਂ ਲਾਉਣਾ, ਇਹੋ ਜਿਹੀਆਂ ਗੱਲਾਂ ਕਿਸੇ ਦਾ ਨਹੀਂ ਹੋਊਗਾ। ਸੱਤਾ 'ਚ ਕਿਵੇਂ ਆਉਣਾ ਉਹਦੇ ਲਈ ਜਾਤੀਗਤ ਔਰ ਧਰਮ ਦੇ ਨਾਂ ਤੇ ਕੁਛ ਨਾ ਕੁਛ ਪੋਲਿਟਿਕਸ ਇਹਦੇ 'ਚ ਜਿਹੜੀ ਆ ਬੀਜੇਪੀ ਬਹੁਤ ਮਾਹਿਰ ਆ। ਨੰਬਰ 2 ਤੇ ਹੈਗੇ ਕੇਜਰੀਵਾਲ, ਉਹ ਵੀ ਉਸੇ ਹੀ ਧਾਰਾ ਚਾਹੁੰਦੇ ਆ। ਉਹਨਾਂ ਦੀ ਹੁਣੇ ਅੱਜ ਖਬਰ ਛਪੀ ਆ ਕਿ ਉਹ ਉੱਥੇ ਜਿਹੜਾ ਅਯੁੱਧਿਆ ਦਾ ਰਾਮ ਮੰਦਿਰ, ਉੱਥੇ ਹਨੂਮਾਨ ਜੀ ਦਾ ਵੀ ਮੰਦਿਰ ਆ ਹਨੂਮਾਨਗੜ੍ਹੀ ਦੇ ਵਿੱਚ, ਉਹ ਸਾਰਾ ਉੱਥੇ ਜਾ ਕੇ ਆਪਣਾ ਹਨੂਮਾਨ ਦੇ ਬੜੇ ਪੱਕੇ ਚੇਲੇ ਆ ਉਹ ਸਾਰਾ ਕਰਕੇ ਆਏ ਆ। ਔਰ ਉੱਥੋਂ ਉਹਨਾਂ ਨੇ ਅਨਾਉਂਸ ਕੀਤਾ ਸਾਰਾ ਕਿ ਇਹ ਇਕੱਲਾ ਬੀਜੇਪੀ ਦਾ ਹੀ ਨਹੀਂ ਹੈ, ਉਹਨਾਂ ਨੇ ਠੀਕ ਹੈ ਇਹਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਆ, ਪਰ ਮੈਂ ਵੀ ਉਸ ਦਾ ਜਿਹੜਾ ਹਿੱਸੇਦਾਰ ਜਾਂ ਮੈਂ ਵੀ ਉਸ ਦਾ ਇੱਕ ਕਿਸਮ ਦਾ ਨਾਲ ਖੜਦਾ ਉਸ ਸਾਰੀ ਸਟ੍ਰੈਟਜੀ ਦੇ। ਔਰ ਖਾਸ ਕਰ ਜਦੋਂ ਇਹ ਅਨਾਉਂਸ ਹੋਇਆ ਕਿ ਜਿਹੜੇ ਸੀਨੀਅਰ ਸਿਟੀਜ਼ਨ ਦਿੱਲੀ ਦੇ ਸਾਰੇ ਹੀ ਆ, ਉਹਨਾਂ ਨੂੰ ਮੈਂ ਅਯੁੱਧਿਆ ਰਾਮ ਟੈਂਪਲ 'ਚ ਦਰਸ਼ਨ ਕਰਨ ਲਈ ਮੁਫਤ ਇੱਥੋਂ ਟਿਕਟਾਂ ਦਿਵਾਉਂਗਾ, ਇਸ ਕਿਸਮ ਦਾ ਵੀ ਉਹਨਾਂ ਨੇ ਨਾਲੋਂ ਨਾਲ ਜਿਹੜਾ ਇੱਕ ਉੱਥੋਂ ਬਿਆਨਬਾਜ਼ੀ ਕੀਤੀ। ਹੁਣ ਇਹ ਨਹੀਂ ਮੈਨੂੰ ਸਮਝ ਆਉਂਦੀ ਕਿ ਮੋਦੀ ਜੀ ਕੇਜਰੀਵਾਲ ਜੀ ਜਦੋਂ ਉੱਤਰਾਖੰਡ ਜਾਂਦੇ ਆ ਉੱਥੇ ਵੀ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਇਸ ਨੂੰ ਪੂਰੀ ਦੁਨੀਆ ਦਾ ਮੈਂ ਇੱਕ ਡੈਸਟੀਨੇਸ਼ਨ, ਇੱਕ ਮੰਜ਼ਿਲ ਬਣਾ ਦੂੰਗਾ ਜਿੱਥੇ ਹਿੰਦੂਆਂ ਦਾ ਬਹੁਤ ਸਾਰਾ ਇੱਕ ਪਿਲੀਗ੍ਰੀਮੇਜ ਜਿਹਨੂੰ ਕਹਿੰਦੇ ਆ ਕਿ ਉੱਥੇ ਤੀਰਥ ਯਾਤਰਾ ਦਾ ਸਥਾਨ ਉੱਤਰਾਖੰਡ ਨੂੰ ਬਣਾ ਦੂੰਗਾ। ਜਾਣੀ ਉਹਨਾਂ ਨੂੰ ਇਹ ਕਹਿ ਰਿਹਾ ਕਿਉਂਕਿ ਹਿੱਲੀ ਏਰੀਆ ਬਹੁਤੀ ਖੇਤੀ ਨਹੀਂ ਹੁੰਦੀ ਤੇ ਇੱਥੇ ਧਾਰਮਿਕ ਟੂਰਿਜ਼ਮ ਨੂੰ ਮੈਂ ਮਜ਼ਬੂਤ ਕਰੂੰਗਾ। ਇੱਥੇ ਵੀ ਇਹੀ ਗੱਲ ਕਹਿੰਦੇ ਆ। ਹੁਣ ਜੇ ਤੁਸੀਂ ਪੰਜਾਬ 'ਚ ਕੰਮ ਕਰਨਾ ਤੇ ਤੁਸੀਂ ਜਾਤੀਗਤ ਜਾਂ ਧਰਮ ਦੇ ਨਾਂ ਤੇ ਗੱਲਾਂ ਕਰਕੇ ਪੰਜਾਬ 'ਚ ਨਹੀਂ, ਤੁਹਾਨੂੰ ਤੇ ਮਾਨਵਤਾ ਦੀਆਂ, ਭਾਈਚਾਰੇ ਦੀਆਂ, ਦਲੇਰੀ ਦੀਆਂ, ਇਮਾਨਦਾਰੀ ਦੀਆਂ, ਇਸ ਕਿਸਮ ਨਾਲ ਇੱਕ ਦੂਜੇ ਦੇ ਨਾਲ ਇਨਸਾਫ ਦੀਆਂ ਇਹੋ ਜਿਹੀਆਂ ਗੱਲਾਂ ਕਰਕੇ ਪੰਜਾਬ ਦੇ ਵਿੱਚ ਜਗ੍ਹਾ ਬਣਾਉਣੀ ਪਊਗੀ। ਪਰ ਮੇਰਾ ਖਿਆਲ ਹੈ ਕਿ ਕੇਜਰੀਵਾਲ ਜਿੰਨੇ ਮਰਜ਼ੀ ਗੇੜੇ ਮਾਰ ਜਾਣ, ਉਹ ਕਾਫੀ ਸਮਾਂ ਵਿਹਾਰ ਚੁੱਕੇ ਆ ਆਪਣੀ ਪਰਤ ਬਣਾਉਣ ਲਈ, ਕਿਉਂਕਿ ਕਾਫੀ ਲੋਕ ਹੌਲੀ ਹੌਲੀ ਉਹ ਚੀਜ਼ਾਂ ਸਮਝ ਗਏ ਆ, ਪਰਤ ਦਰ ਪਰਤ, ਸਟੈਪ ਬਾਈ ਸਟੈਪ ਸਮਝ ਗਏ ਆ। ਜਿਹੜੀ ਰਹਿੰਦੀ ਖੁੰਦੀ ਆ ਉਹ ਸਮਝ ਜਾਣਗੇ। ਇਹਨਾਂ ਦੇ ਬਹੁਤ ਸਾਰੇ ਬੰਦੇ ਸਾਨੂੰ ਜਾਣਦੇ, ਉਹ ਲਗਾਤਾਰ ਫੋਨ ਕਰ ਦੱਸਦੇ ਰਹਿੰਦੇ ਆ ਕਿ ਕਿਵੇਂ ਸਾਨੂੰ ਖੱਚਰਾਂ ਵਾਂਗੂ ਇਸਤੇਮਾਲ ਕੀਤਾ ਜਾਂਦਾ, ਸਾਰਾ ਕੰਮ ਸਾਡੇ ਕੋਲੋਂ ਕਰਾਇਆ ਜਾਂਦਾ, ਬਾਅਦ ਵਿੱਚ ਜਦੋਂ ਟਿਕਟ ਦੇਣੀ ਹੁੰਦੀ ਆ ਉਦੋਂ ਕੋਈ ਅਕਾਲੀਆਂ ਚੋਂ ਜਾਂ ਕੋਈ ਕਿਤੇ ਹੋਰ ਬੀਜੇਪੀ ਚੋਂ, ਕਾਂਗਰਸ ਚੋਂ ਕੋਈ ਇਹੋ ਜਿਹਾ ਬੰਦਾ ਜਿਹਦੇ ਕੋਲ 4 ਸਿਆੜ ਵੀ ਹੋਣ ਤੇ ਪੈਸੇ ਵੀ ਕਾਫੀ ਹੋਣ ਚੋਣਾਂ 'ਚ ਖਰਚ ਸਕੇ, ਉਹਨੂੰ ਟਿਕਟ ਫੜਾਤੀ ਜਾਂਦੀ ਹੈ। ਤੇ ਅਸੀਂ ਸਾਡਾ ਸਾਰਿਆਂ ਨੂੰ ਇਹੋ ਕਹਿਣਾ ਕਿ ਅਸੀਂ ਤੇ ਤੁਹਾਨੂੰ 7-8 ਸਾਲ ਕਹਿੰਦਿਆਂ ਹੋ ਗਏ ਆ, ਤੁਸੀਂ ਨਹੀਂ ਸੁਣਦੇ। ਹੁਣ ਆਪਣੇ ਹੱਡਾਂ ਥਾਣੀ ਨੰਗਾ ਕੇ ਦੇਖ ਲਓ, ਜਾਣੀ ਕਈ ਬੰਦੇ ਹਾਰਡਵੇਜ਼ ਨਾਲ ਸਿੱਖਦੇ ਆ। ਹੁਣ ਰੋਣ ਦਾ ਕੋਈ ਫਾਇਦਾ ਨਹੀਂ, ਹੁਣ ਤੁਸੀਂ ਲੱਗੇ ਰਹੋ ਜਿੱਥੇ ਲੱਗੇ ਆ। ਇਸ ਲਈ ਕੇਜਰੀਵਾਲ ਬਾਰੇ ਜਿੰਨਾ ਮੈਂ ਨੇੜਿਓਂ ਸਾਰਾ ਐਨ ਮਾਈਕਰੋਸਕੋਪ ਨਾਲ ਜਿਵੇਂ ਦੇਖ ਲੈਂਦੇ ਤੁਸੀਂ ਸਕੈਨ ਕਰਕੇ ਨਾ, ਇੰਜ ਮੈਂ ਉਹਨਾਂ ਦੀ ਪੋਲਿਟਿਕਸ ਨੂੰ ਸਾਰਾ ਸਮਝਦਾ। ਕੇਜਰੀਵਾਲ ਨੂੰ ਤੁਸੀਂ ਜੇ ਪੀਕੇ ਦੀ ਜਗ੍ਹਾ ਰੱਖ ਕੇ ਦੇਖੋਗੇ, ਪ੍ਰਸ਼ਾਂਤ ਕਿਸ਼ੋਰ ਉਹ ਇਲੈਕਸ਼ਨ ਦਾ ਸਟ੍ਰੈਟਜਿਸਟ ਆ, ਇਹਨੇ ਆਪਣੀ ਟੀਮ ਰੱਖੀ ਆ, ਇਹ ਬਸ ਪ੍ਰਸ਼ਾਂਤ ਕਿਸ਼ੋਰ ਹੀ ਸਮਝੋ ਇਹਨੂੰ। ਕਿ ਜਿਸ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਨੂੰ ਕੋਈ ਪਾਰਟੀ ਦੀ, ਕੋਈ ਦਲੀਲ ਦੀ, ਕੋਈ ਕਿਸੇ ਚੀਜ਼ ਦੀ ਲੋੜ ਨਹੀਂ, ਉਹ ਸਟ੍ਰੈਟਜਿਸਟ ਆ। ਇਹ ਬਿਲਕੁਲ ਉਸੇ ਦਾ ਹੀ ਰੂਪ ਹੈ। ਇਹ ਲੋਕ ਸਾਨੂੰ, ਸਾਡੇ ਵੀਰ ਜਿਹੜੇ ਪੰਜਾਬੀ ਆ, ਇਹ ਸਮਝਦੇ ਆ ਕਿ ਇੱਥੇ ਪਾਰਟੀ ਆ, ਇੱਥੇ ਆਮ ਲੋਕਾਂ ਦੀ ਪਾਰਟੀ ਆ, ਇੱਥੇ ਸਭ ਨੂੰ ਮੌਕੇ ਲੱਗਣਗੇ, ਲੈ ਲਓ ਮੌਕੇ। ਇਹ ਕੇਜਰੀਵਾਲ ਆ, ਇਹ ਪੀਕੇ ਦਾ ਇੱਕ ਜਾਣੀ ਨਾਲ ਦਾ ਤੁਸੀਂ ਸਮਝ ਲਓ ਗਵਾਂਢੀ ਹੈ। ਉਸਨੇ ਤੁਹਾਡੇ ਅੱਲੇ ਪੱਲੇ ਕਦੀ ਉਹ ਨਹੀਂ ਪੈਣ ਦੇਣਾ ਜੋ ਤੁਸੀਂ ਉਮੀਦਾਂ ਲਾਈ ਬੈਠੇ। ਹਾਂਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ ਵੀ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਕਿ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਤੈਅ ਲੋਕਾਂ ਨੇ ਕਰਨਾ ਕਿ 2022 ਦੇ ਵਿੱਚ ਤੁਸੀਂ ਆਪਣੇ ਲਈ ਵੋਟ ਪਾਉਣੀ ਹੈ ਜਾਂ ਫਿਰ ਸਿਆਸੀ ਲੀਡਰਾਂ ਦੇ ਲਈ। ਅਨੁਸੂਚਿਤ ਜਾਤੀ ਦਾ ਜਾਂ ਕਿਸੇ ਵੀ ਜਾਤੀ ਦਾ ਪੱਤਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਧਰਮਾਂ ਦੇ ਨਾਮ ਦੇ ਉੱਤੇ ਜੇ ਇਸੇ ਤਰ੍ਹਾਂ ਹੀ ਵੰਡਦੇ ਰਹੇ ਤਾਂ ਤੁਸੀਂ ਵੰਡੇ ਜਾਓਗੇ। ਸਿਆਣੇ ਤੁਸੀਂ ਬਣਨਾ ਹੈ। ਮੰਦਰਾਂ ਨੂੰ, ਮਸਜਿਦਾਂ ਨੂੰ, ਗੁਰਦੁਆਰਿਆਂ ਨੂੰ, ਕਿਸੇ ਵੀ ਧਾਰਮਿਕ ਸਥਾਨ ਤੇ ਉਹਨਾਂ ਨੂੰ ਉਸ ਢੰਗ ਨਾਲ ਕੰਮ ਕਰਨ ਦੇਣਾ ਚਾਹੀਦਾ ਜਿਵੇਂ ਇੱਕ ਧਾਰਮਿਕ ਰੋਹ ਰੀਤਾਂ ਹੁੰਦੀਆਂ, ਬਜਾਏ ਇਸ ਦੇ ਕਿ ਤੁਸੀਂ ਸਿਆਸਤ ਦੇ ਵਿੱਚ ਆਪ ਵੀ ਉਲਝ ਜਾਓ ਤੇ ਉਹਨਾਂ ਨੂੰ ਵੀ ਉਲਝਾਓ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।